सो असी हुण दो चीज़ां इत्थे देख चुके हैं। नंबर 1 जिहड़ी 13वीं आयत आ, इसनूं हाईलाइट कर लो, इत्थे निशान ला लो, और 16वीं आयत इन्हां दोनों के मूरे लिख लो, लूक चैप्टर 4 मैथ्यू चैप्टर 4। ठीक। सो हुण असी चलदे हैगे आ 8वें भाग दे विच। 7वां भाग कल असी देख लिया, असी सारियां चीज़ां देख लियां सी। सो अज असी साडा जिहड़ा फोकस आ वो अदम दे बाग दे विच आ, ते ओ प्रभु यीशु मसीह दे उत्ते जिसले शैतान ने परखिया सी। जिहड़ी अदम दे बाग दे विच परखिया सी, आदम नूं परखिया गया सी, ओ और जिहड़ा प्रभु नूं परखिया गया, इन्हां दोवां चीज़ां दे उत्ते असी ध्यान देना कि क्यों प्रभु यीशु मसीह दे विच मुक्ति साडा जिहड़ा फोकस है वो बिल्कुल असी पिन पॉइंट इस चीज़ दे उत्ते। सो आओ मेरे नाल तुसीं जो इस डिटोनमी चैप्टर के we are going to read first 9 verses, 10 verses, 1 to 10। मैं पढ़ देना बाशु जी। सुंदर उपजाऊ धरती ते कब्जा करना। ਤੁਸੀਂ ਇਹਨਾਂ ਸਭ ਹੁਕਮਾਂ ਦੀ ਜੋ ਮੈਂ ਤੁਹਾਨੂੰ ਅੱਜ ਦੇ ਰਿਹਾ ਹਾਂ ਪੂਰੀ ਤਰ੍ਹਾਂ ਨਾਲ ਪਾਲਣਾ ਕਰਨਾ। ਇਹ ਕਰਨ ਤੇ ਤੁਸੀਂ ਜਿਉਂਗੇ ਅਤੇ ਵਧੋ ਫੁੱਲੋਗੇ ਅਤੇ ਉਸ ਧਰਤੀ ਤੇ ਜਾ ਕੇ ਕਬਜ਼ਾ ਕਰੋਗੇ ਜਿਸ ਦੀ ਸਹੁੰ ਪ੍ਰਭੂ ਨੇ ਤੁਹਾਡੇ ਪੁਰਖਿਆਂ ਨਾਲ ਚੁੱਕੀ ਹੈ। ਇਸ ਦੇ ਨਾਲ ਹੀ ਤੁਸੀਂ ਉਜਾੜ ਵਿਚਲੇ 40 ਸਾਲ ਦਾ ਸਫ਼ਰ ਵੀ ਯਾਦ ਰੱਖਣਾ ਕਿ ਕਿਸ ਤਰ੍ਹਾਂ ਤੁਹਾਡੇ ਦਿਲਾਂ ਦੇ ਭੇਤ ਨੂੰ ਜਾਣਨ ਵਾਸਤੇ ਤੁਹਾਡੇ ਤੇ ਉਸਨੇ ਪ੍ਰਤਾਵੇ ਕੱਲੇ ਕਿ ਉਹ ਜਾਣੇ ਕਿ ਤੁਸੀਂ ਉਸਦੇ ਹੁਕਮਾਂ ਦੀ ਪਾਲਣਾ ਕਰਦੇ ਹੋ ਜਾਂ ਨਹੀਂ। ਉਸਨੇ ਦੀਨ ਕਰਨ ਦੇ ਵਾਸਤੇ ਤੁਹਾਡੇ ਤੇ ਭੋਜਨ ਸੰਕਟ ਆਉਣ ਦਿੱਤਾ, ਪਰ ਉਸਨੇ ਤੁਹਾਡੇ ਇਸ ਸੰਕਟ ਸਮੇਂ ਤੁਹਾਨੂੰ ਦੈਵੀ ਰੋਟੀ ਖਾਣ ਦੇ ਲਈ ਦਿੱਤੀ ਜਿਸ ਬਾਰੇ ਨਾ ਤਾਂ ਤੁਸੀਂ ਜਾਣਦੇ ਸੋ ਅਤੇ ਨਾ ਹੀ ਤੁਹਾਡੇ ਪੁਰਖੇ। ਉਸਨੇ ਇਹ ਸਭ ਇਸ ਲਈ ਕੀਤਾ ਕਿ ਉਹ ਤੁਹਾਨੂੰ ਸਿਖਾਵੇ ਕਿ ਮਨੁੱਖ ਕੇਵਲ ਰੋਟੀ ਨਾਲ ਹੀ ਜਿਉਂਦਾ ਨਹੀਂ ਰਹੇਗਾ, ਸਗੋਂ ਪ੍ਰਭੂ ਦੇ ਮੂੰਹ ਵਿੱਚੋਂ ਨਿਕਲਣ ਵਾਲੇ ਹਰ ਸ਼ਬਦ ਨਾਲ ਜਿਉਂਦਾ ਰਹੇਗਾ। ਇਹਨਾਂ 40 ਸਾਲਾਂ ਦੇ ਲੰਮੇ ਸਫ਼ਰ ਵਿੱਚ ਨਾ ਤੁਹਾਡੇ ਕੱਪੜੇ ਪਾਟੇ ਅਤੇ ਨਾ ਹੀ ਤੁਹਾਡੇ ਪੈਰ ਥਕੇਵੇਂ ਨਾਲ ਸੁੱਜੇ। ਆਪਣੇ ਦਿਲ ਵਿੱਚ ਇਹ ਗੱਲ ਚੰਗੀ ਤਰ੍ਹਾਂ ਨਾਲ ਧਾਰ ਰੱਖੋ ਕਿ ਜਿਸ ਤਰ੍ਹਾਂ ਇੱਕ ਪਿਤਾ ਆਪਣੇ ਪੁੱਤਰ ਦੇ ਭਲੇ ਲਈ ਉਸਨੂੰ ਝਾੜਦਾ ਝੰਬਦਾ ਹੈ, ਉਸੇ ਤਰ੍ਹਾਂ ਪ੍ਰਭੂ ਤੁਹਾਡਾ ਪਰਮੇਸ਼ਰ ਤੁਹਾਡੇ ਨਾਲ ਕਰਦਾ ਹੈ। ਇਸ ਲਈ ਤੁਸੀਂ ਪ੍ਰਭੂ ਆਪਣੇ ਪਰਮੇਸ਼ਰ ਦੇ ਹੁਕਮਾਂ ਦੀ ਪੂਰੀ ਤਰ੍ਹਾਂ ਨਾਲ ਪਾਲਣਾ ਕਰੋ ਅਤੇ ਉਸ ਤੋਂ ਡਰਦੇ ਹੋਏ ਉਸਦੇ ਰਾਹਾਂ ਤੇ ਚੱਲੋ। ਪ੍ਰਭੂ ਤੁਹਾਡਾ ਪਰਮੇਸ਼ਰ ਤੁਹਾਨੂੰ ਇੱਕ ਉਪਜਾਊ ਧਰਤੀ ਤੇ ਲਿਆ ਰਿਹਾ ਹੈ ਜਿੱਥੇ ਉੱਥੇ ਦੀਆਂ ਵਾਦੀਆਂ ਅਤੇ ਪਹਾੜਾਂ ਵਿੱਚ ਪਾਣੀਆਂ ਦੇ ਸੁੰਦਰ ਝਰਨੇ, ਚਸ਼ਮੇ ਤੇ ਸੋਮੇ ਮਿਲਦੇ ਹਨ। ਅਰਥਾਤ ਉਹ ਧਰਤੀ ਜਿਸ ਤੇ ਬਹੁਤਾਤ ਮਾਤਰਾ ਵਿੱਚ ਕਣਕ, ਜੌਂ, ਅੰਗੂਰ, ਅੰਜੀਰ, ਅਨਾਰ, ਜੈਤੂਨ, ਸ਼ਹਿਦ ਆਦਿ ਪੈਦਾ ਹੁੰਦੇ ਹਨ। ਉਹ ਧਰਤੀ ਜਿੱਥੇ ਤੁਸੀਂ ਰੋਟੀ ਬਿਨਾਂ ਕਿਸੇ ਕਠਿਨਾਈ ਦੇ ਖਾ ਸਕੋਗੇ, ਅਰਥਾਤ ਉੱਥੇ ਤੁਹਾਨੂੰ ਕਿਸੇ ਤਰ੍ਹਾਂ ਦੀ ਵੀ ਥੁੜ ਨਹੀਂ ਹੋਵੇਗੀ। ਉਸ ਧਰਤੀ ਦੇ ਪੱਥਰ ਲੋਹਾ ਹਨ ਅਤੇ ਉੱਥੇ ਦੇ ਪਹਾੜਾਂ ਵਿੱਚੋਂ ਤਾਂਬੇ ਦੀ ਧਾਤ ਕੱਢੋਗੇ। ਸੋ ਤੁਸੀਂ ਉੱਥੇ ਰੱਜ ਕੇ ਖਾਵੋਗੇ ਅਤੇ ਪ੍ਰਭੂ ਆਪਣੇ ਪਰਮੇਸ਼ਵਰ ਨੂੰ ਤੁਹਾਨੂੰ ਸੁੰਦਰ ਉਪਜਾਊ ਧਰਤੀ ਦੇਣ ਦੇ ਲਈ ਧੰਨ ਧੰਨ ਆਖੋਗੇ। ਆਮੀਨ। ਹੁਣ ਇਸ ਦੀ ਤੀਸਰੀ ਆਇਤ ਦੇ ਨਿਸ਼ਾਨ ਲਾ। ਇਸ ਦੀ ਤੀਸਰੀ ਆਇਤ ਜਿੱਥੇ ਇਹ ਲਿਖਿਆ ਗਿਆ ਕਿ ਉਸਨੇ ਦੀਨ ਕਰਨ ਵਾਸਤੇ ਤੁਹਾਡੇ ਤੇ ਭੋਜਨ ਦਾ ਸੰਕਟ ਆਉਣ ਦਿੱਤਾ, ਪਰ ਉਸਨੇ ਤੁਹਾਡੇ ਇਸ ਸੰਕਟ ਸਮੇਂ ਤੁਹਾਨੂੰ ਦੈਵੀ ਰੋਟੀ ਖਾਣ ਦੇ ਲਈ ਦਿੱਤੀ ਜਿਸ ਬਾਰੇ ਨਾ ਤਾਂ ਤੁਸੀਂ ਜਾਣਦੇ ਸੋ ਨਾ ਤੁਹਾਡੇ ਪੁਰਖੇ। ਉਸਨੇ ਇਹ ਸਭ ਇਸ ਲਈ ਕੀਤਾ ਕਿ ਉਹ ਤੁਹਾਨੂੰ ਸਿਖਾਵੇ ਕਿ ਮਨੁੱਖ ਕੇਵਲ ਰੋਟੀ ਦੇ ਨਾਲ ਜਿਉਂਦਾ ਨਹੀਂ ਰਹੇਗਾ, ਸਗੋਂ ਪ੍ਰਭੂ ਦੇ ਮੂੰਹ ਦੇ ਵਿੱਚੋਂ ਨਿਕਲਣ ਵਾਲੇ ਹਰ ਸ਼ਬਦ ਦੇ ਨਾਲ ਜਿਉਂਦਾ ਰਹੇਗਾ। ਸੋ ਉਹ ਮੰਨਾ ਜਿਹੜਾ ਉਹਨਾਂ ਨੂੰ ਮਿਲਦਾ ਸੀ ਕਿੱਥੋਂ ਮਿਲਦਾ ਸੀ? ਪ੍ਰਭੂ ਦਾ ਸ਼ਬਦ ਸੀ। ਪ੍ਰਭੂ ਨੇ ਸ਼ਬਦ ਆਪਣੇ ਮੂੰਹ ਦੇ ਵਿੱਚੋਂ ਕੱਢਿਆ ਕਿ ਤੁਹਾਨੂੰ ਹਰ ਰੋਜ਼ ਸਵੇਰ ਨੂੰ ਮੰਨਾ ਮਿਲਿਆ ਕਰੇਗਾ। ਤੁਸੀਂ ਆਪਣੇ ਗੁਜ਼ਾਰੇ ਜੋਗਾ ਜਿੰਨਾ ਤੁਹਾਨੂੰ ਚਾਹੀਦਾ ਉਹਨਾਂ ਇਕੱਠਾ ਕਰ ਲਿਆ। ਔਰ ਉਹਨਾਂ ਨੇ ਦੇਖਿਆ ਕਿ ਜਿਨ੍ਹਾਂ ਨੇ ਬਹੁਤਾ ਇਕੱਠਾ ਕੀਤਾ ਉਹਨਾਂ ਦਾ ਵੀ ਪੂਰਾ ਪਿਆ ਤੇ ਜਿਨ੍ਹਾਂ ਨੇ ਥੋੜਾ ਇਕੱਠਾ ਕੀਤਾ ਉਹਨਾਂ ਦਾ ਘਟਿਆ। ਸੋ ਇਹ ਜਿਹੜੀ ਉਹਨਾਂ ਨੂੰ ਉਜਾੜ ਦੇ ਵਿੱਚ ਪ੍ਰਭੂ ਨੇ 40 ਸਾਲ 40 ਸਾਲ ਉਜਾੜ ਦੇ ਵਿੱਚ ਪ੍ਰਭੂ ਆਪਣੀ ਹਜ਼ੂਰੀ ਦੇ ਨਾਲ ਉਹਨਾਂ ਦੇ ਨਾਲ ਚੱਲਦਾ। ਇਹ ਉਸ ਪਿਆਰੇ ਬਾਪ ਨੇ ਜਿਹਨੇ ਕਿਹਾ ਸੀਗਾ ਕਿ ਜਿਹੜੀ ਜਾ ਕੇ ਮੂਸਾ ਨੂੰ ਇਹ ਚੀਜ਼ ਕਹੀ ਸੀ ਪ੍ਰਭੂ ਨੇ
ਇਹ ਜਾ ਕੇ ਫਿਰੌਨ ਨੂੰ ਦੱਸ ਦੇ ਕਿ ਇਜ਼ਰਾइल ਮੇਰਾ ਜੇਠਾ ਪੁੱਤਰ ਹੈ ਔਰ ਹੁਣ ਤੂੰ ਉਸ ਨੂੰ ਚਾਹ ਉਸਨੂੰ ਸੰਤਾਨ ਦਾ ਨਾਮ ਦਿੱਤਾ, ਉਸਨੂੰ ਆਪਣੀ ਸੰਤਾਨ ਦਾ ਨਾਮ ਦਿੱਤਾ, ਕਿਉਂਕਿ ਇਸਹਾਕ ਪ੍ਰਭੂ ਦੀ ਬਰਕਤ ਦੇ ਨਾਲ ਅਬਰਾਹਮ ਨੂੰ 100 ਸਾਲ ਦੀ ਉਮਰ ਦੇ ਵਿੱਚ ਪ੍ਰਾਪਤ ਹੋਇਆ ਸੀ। ਸੋ ਉਸ ਤੋਂ ਉਹ ਕੁਣਵਾ ਅੱਗੇ ਚੱਲਿਆ ਸੀ। ਪਰ ਫਿਰ ਅਸੀਂ ਦੇਖਿਆ ਕਿ ਜੋ ਉਸਦਾ ਪੁੱਤਰ ਸੀ ਉਸ ਤੋਂ 12 ਪੁੱਤਰ ਪੈਦਾ ਹੋਏ, ਉਹਦੇ ਤੋਂ 12 ਕਬੀਲੇ ਬਣੇ, ਉਹਦੇ ਤੋਂ ਇੱਕ ਕੌਮ ਜਿਹੜੀ ਅਸੀਂ ਜਿਸ ਦੇ ਬਾਰੇ ਅਸੀਂ ਅੱਜ ਪੜ੍ਹਦੇ ਪਏ ਹਾਂ, ਇਹ ਕੌਮ ਬਣਾਈ ਗਈ। ਔਰ ਇਹ ਜਿਹੜਾ ਧੰਨ ਧੰਨ ਕਰਨ ਦੇ ਲਈ ਜਿਹੜਾ ਇੱਥੇ ਜਿਹੜਾ ਜ਼ਬੂਰ ਗਾਇਆ ਜਾਂਦਾ ਸੀ ਉਹ ਸੀ ਜ਼ਬੂਰ 91, ਜਿਸ ਨੂੰ ਮਿਲ ਜਾਏ ਉਹ ਜ਼ਬੂਰ 91 ਇੱਥੇ ਵੀ ਲਿਖ ਲਓ, ਜ਼ਬੂਰ 91 ਸਾਮ 91 ਔਰ ਅਸੀਂ ਹੁਣ ਸਾਮ 91 ਪੜਾਂਗੇ ਔਰ ਫਿਰ ਅਸੀਂ ਜਾਵਾਂਗੇ ਅਦਨ ਦੇ ਬਾਗ ਦੇ ਵਿੱਚ ਔਰ ਫਿਰ ਅਸੀਂ ਜਾਵਾਂਗੇ ਉਸ ਉਜਾੜ ਦੇ ਵਿੱਚ ਜਿੱਥੇ ਪ੍ਰਭੂ ਯਿਸੂ ਮਸੀਹ ਨੂੰ ਰੱਖਿਆ। ਬਹੁਤ ਇੱਕ ਬੜੀ ਦੇਖਣ ਵਾਲੀ ਚੀਜ਼ ਆ ਉਹ ਕਿ ਵਾਏ ਕਿਉਂ ਉੱਥੇ ਪਰਖਿਆ ਗਿਆ, ਕਿਉਂ ਪ੍ਰਭੂ ਯਿਸੂ ਮਸੀਹ ਨੂੰ ਕਿਤੇ ਹੋਰ ਨਹੀਂ ਪਰਖਿਆ ਗਿਆ, ਉਹਨਾਂ ਦਿਨਾਂ ਦਾ ਕੀ ਮਹੱਤਵ ਹੈ। ਇਹ ਦੇਖਣ ਵਾਲੀ ਚੀਜ਼ ਹੈ ਜਿਹੜੀ ਜਿਸ ਦੇ ਨਾਲ ਸਾਨੂੰ ਬੜੀ ਬਰਕਤ ਮਿਲੇਗੀ ਔਰ ਪ੍ਰਭੂ ਦੇ ਵਚਨ ਦੇ ਵਿੱਚ ਅਸੀਂ ਇੱਕ ਇਕਾਗਰਤਾ ਦੇਖਾਂਗੇ ਅਦਨ ਦੇ ਬਾਗ ਤੋਂ ਲੈ ਕੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਇੱਕ ਇਕਾਗਰਤਾ ਦੇਖਾਂਗੇ। ਅਸੀਂ ਦੇਖਾਂਗੇ ਕਿ ਕਿਸ ਤਰ੍ਹਾਂ ਪ੍ਰਭੂ ਦਾ ਜਿਹੜਾ ਵਚਨ ਆ ਪ੍ਰਭੂ ਯਿਸੂ ਮਸੀਹ ਦੇ ਲਹੂ ਦੀ ਰੱਸੀ ਦੇ ਨਾਲ ਮੋਤੀਆਂ ਵਾਂਗ ਪ੍ਰਭੂ ਹੋਇਆ ਹੈ। ਇਹਦੇ ਵਿੱਚ ਕੋਈ ਕੰਟਰਡਿਕਸ਼ਨ ਨਹੀਂ। ਤੁਸੀਂ ਦੇਖੋ ਲਿਖਣ ਵਾਲੇ ਕੋਲੋਂ ट्रांसलेशन करने वाले को इधर उधर हो गया होवे तो हो गया होगा, लेकिन ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਇੱਕ ਇਕਾਗਰਤਾ ਦੇਖਦੇ ਹਾਂ, ਇੱਕ ਉਹ ਤੀਰ ਜਿਹੜਾ ਚੱਲਿਆ ਨਿਸ਼ਾਨੇ ਵੱਲੋਂ ਜਾਂਦਾ ਦੇਖਦੇ ਹਾਂ, ਜੋ ਸਾਡੀ ਮਹਾਨ ਬਲੈਸਿੰਗ ਜੋ ਮੁਕਤੀ ਦੇ ਲਈ ਉਸ ਰਿਸ਼ਤੇ ਦੇ ਰਾਹੀਂ ਜੋ ਸਾਨੂੰ ਪ੍ਰਭੂ ਨੇ ਮੁਕਤੀ ਦਿੱਤੀ। ਆਓ ਅਸੀਂ ਦੇਖੀਏ ਸਾਮ 91 ਜਿਸ ਨੂੰ मैं पढ़ने पास्टर जी ਸਫਾ ਹੈਗਾ 915। ਪਰਮੇਸ਼ਰ ਸਾਡਾ ਰਖਵਾਲਾ, ਪਰਮ ਪ੍ਰਧਾਨ ਦੀ ਸ਼ਰਨ ਵਿੱਚ ਰਹਿਣ ਵਾਲਾ, ਜੋ ਸਰਵ ਸ਼ਕਤੀਮਾਨ ਦੀ ਛਾਂ ਹੇਠ ਰਹਿੰਦਾ ਹੈ, ਉਹ ਪ੍ਰਭੂ ਨੂੰ ਇਸ ਤਰ੍ਹਾਂ ਕਹੇਗਾ, ਤੂੰ ਮੇਰੀ ਸ਼ਰਨ ਅਤੇ ਗੜ੍ਹ ਹੈ, ਤੂੰ ਮੇਰਾ ਪਰਮੇਸ਼ਰ ਹੈ ਜਿਸ ਤੇ ਮੈਂ ਭਰੋਸਾ ਰੱਖਿਆ ਹੈ। ਪ੍ਰਭੂ ਤੈਨੂੰ ਹਰ ਬੁਰਾਈ ਤੋਂ ਅਤੇ ਹਰ ਭਿਅੰਕਰ ਬਿਮਾਰੀ ਤੋਂ ਬਚਾਏਗਾ। ਉਹ ਤੈਨੂੰ ਆਪਣੇ ਖੰਭਾਂ ਨਾਲ ਢੱਕ ਲਵੇਗਾ ਅਤੇ ਤੂੰ ਉਸ ਕੋਲ ਸ਼ਰਨ ਲਵੇਂਗਾ। ਉਸ ਦੀ ਸੱਚਾਈ ਹੀ ਤੇਰੀ ਢਾਲ ਹੈ। ਤੂੰ ਡਰਾਵਣੀ ਰਾਤ ਦਾ ਭੈ ਨਹੀਂ ਖਾਵੇਂਗਾ ਅਤੇ ਨਾ ਹੀ ਦਿਨ ਦੇ ਅਚਾਨਕ ਵਾਰ ਦਾ। ਤੂੰ ਹਨੇਰੇ ਦੇ ਖਤਰੇ ਤੋਂ ਨਹੀਂ ਡਰੇਂਗਾ ਅਤੇ ਨਾ ਹੀ ਦੁਪਹਿਰ ਦੇ ਨਾਸ਼ ਤੋਂ। ਅਣਗਿਣਤ ਲੋਕ ਤੇਰੇ ਕੋਲ ਅਤੇ ਹਜ਼ਾਰਾਂ ਤੇਰੇ ਚਾਰੇ ਪਾਸੇ ਡਿੱਗਣਗੇ, ਪਰ ਤੇਰਾ ਵਾਲ ਵਿੰਗਾ ਤੱਕ ਨਹੀਂ ਹੋਵੇਗਾ। ਤੂੰ ਆਪਣੀਆਂ ਅੱਖਾਂ ਨਾਲ ਦੇਖੇਂਗਾ ਕਿ ਦੁਸ਼ਟਾਂ ਨੂੰ ਉਹਨਾਂ ਦੇ ਕੀਤੇ ਦਾ ਬਦਲਾ ਕਿਸ ਤਰ੍ਹਾਂ ਮਿਲਦਾ ਹੈ, ਕਿਉਂਕਿ ਤੂੰ ਪ੍ਰਭੂ ਨੂੰ ਆਪਣੀ ਸ਼ਰਨ ਦੀ ਥਾਂ ਅਤੇ ਪਰਮ ਪ੍ਰਧਾਨ ਨੂੰ ਆਪਣੇ ਰਹਿਣ ਦੀ ਥਾਂ ਮੰਨ ਲਿਆ ਹੈ। ਇਸ ਲਈ ਕੋਈ ਬੁਰਾਈ ਤੇਰੇ ਤੇ ਨਹੀਂ ਆਵੇਗੀ ਅਤੇ ਨਾ ਹੀ ਕੋਈ ਮਰੀ ਤੇਰੇ ਰਹਿਣ ਦੀ ਥਾਂ ਕੋਲ ਆਵੇਗੀ। ਪ੍ਰਭੂ ਆਪਣੇ ਸਵਰਗਦੂਤਾਂ ਨੂੰ ਆਗਿਆ ਦੇਵੇਗਾ ਤਾਂ ਉਹ ਤੇਰੇ ਸਭ ਰਾਹਾਂ ਦੀ ਰੱਖਿਆ ਕਰਨਗੇ। ਉਹ ਤੈਨੂੰ ਆਪਣੇ ਹੱਥਾਂ ਤੇ ਚੁੱਕ ਲੈਣਗੇ ਕਿ ਤੇਰੇ ਪੈਰਾਂ ਨੂੰ ਪੱਥਰ ਨਾਲ ਸੱਟ ਨਾ ਲੱਗੇ। ਤੂੰ ਸ਼ੇਰ ਅਤੇ ਸੱਪ ਨੂੰ ਮਾਰੇਗਾ। ਤੂੰ ਜਵਾਨ ਸ਼ੇਰ ਅਤੇ ਅਜਗਰ ਨੂੰ ਆਪਣੇ ਪੈਰਾਂ ਹੇਠ ਮਿੱਧੇਗਾ। ਪ੍ਰਭੂ ਦਾ ਵਚਨ ਹੈ, ਉਸਨੇ ਮੈਨੂੰ ਪਿਆਰ ਕੀਤਾ ਹੈ, ਇਸ ਲਈ ਮੈਂ ਉਸ ਦਾ ਬਚਾਅ ਕਰਾਂਗਾ। ਉਸਨੇ ਮੇਰੇ ਨਾਂ ਨੂੰ ਜਾਣਿਆ ਹੈ, ਇਸ ਲਈ ਮੈਂ ਉਸ ਦੀ ਰੱਖਿਆ ਕਰਾਂਗਾ। ਉਸ ਦੇ ਪੁਕਾਰਨ ਤੇ ਮੈਂ ਉੱਤਰ ਦੇਵਾਂਗਾ। ਮੈਂ ਦੁੱਖ ਦੇ ਸਮੇਂ ਉਸ ਦੇ ਨਾਲ ਹੋਵਾਂਗਾ ਅਤੇ ਮੈਂ ਉਸ ਦਾ ਬਚਾਅ ਕਰਾਂਗਾ ਅਤੇ ਉਸ ਨੂੰ ਆਦਰ ਦੇਵਾਂਗਾ। ਮੈਂ ਉਸ ਨੂੰ ਲੰਮੀ ਉਮਰ ਦਾ ਦਾਨ ਦੇਵਾਂਗਾ ਅਤੇ ਉਸ ਨੂੰ ਆਪਣੀ ਮੁਕਤੀ ਦੇ ਦਰਸ਼ਨ ਕਰਾਵਾਂਗਾ। ਆਪਣੀ ਮੁਕਤੀ ਦੇ ਦਰਸ਼ਨ ਕਰਾਵਾਂਗਾ, ਆਪਣੀ ਮੁਕਤੀ ਦੇ ਦਰਸ਼ਨ ਕਰਾਵਾਂਗਾ। ਇਸ ਚੀਜ਼ ਇਹ ਜਿਹੜੀ ਮੇਨ ਚੀਜ਼ ਹੈ, ਕਿਉਂਕਿ ਜੇ ਸਾਨੂੰ ਪਤਾ, ਅਗਰ ਸਾਨੂੰ ਪਤਾ ਸਾਡੀ ਡੈਸਟੀਨੇਸ਼ਨ ਕੀ ਆ, ਤੇ ਫਿਰ ਅਸੀਂ ਇਸ ਧਰਤੀ ਦੇ ਉੱਤੇ ਉਸ ਡੈਸਟੀਨੇਸ਼ਨ ਜਿੱਥੇ ਅਸੀਂ ਜਾ ਰਹੇ ਹਾਂ ਉਹਦੇ ਅਨੁਸਾਰ ਜੀਵਾਂਗੇ। ਔਰ ਜਿਸ ਲਈ ਅਸੀਂ ਉਸ ਦੇ ਅਨੁਸਾਰ ਜੀਵਾਂਗੇ, ਫਿਰ ਜਿਹੜਾ ਪ੍ਰਭੂ ਦਾ ਦਿੱਤੇ ਹੋਏ ਹੁਕਮ ਆ ਕਿ ਅਸੀਂ ਆਪਣੀ ਜ਼ਿੰਦਗੀ ਕਿਸ ਤਰ੍ਹਾਂ ਜੀਉਣੀ ਆ, ਉਸ ਦੇ ਵਿੱਚ ਕਦੀ ਉਹ ਚੀਜ਼ਾਂ ਰਸਤੇ ਦੇ ਵਿੱਚ ਨਹੀਂ ਆਉਂਦੀਆਂ।
क्योंकि मेरे को एक सिक्योरिटी है, मैं जा किथे, मैं किथे जा रहा, मेरा 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 निशाना किथे, अंत मैं किथे। और वो चीज, वो सब कुछ फिर मदद करता। और ਇਹੋ ਹੀ ਜ਼ਬੂਰ ਜਿਹੜਾ ਸਾਨੂੰ ਇਸ ਚੀਜ਼ ਦੇ ਬਾਰੇ ਦੱਸਦਾ। ਔਰ ਇਹੋ ਹੀ ਉਹਨਾਂ ਦਾ ਸ਼ੁਕਰਗੁਜ਼ਾਰੀ ਦੇ ਜ਼ਬੂਰ ਹੁੰਦੇ ਸੀ, ਇਹੋ ਹੀ ਪ੍ਰਭੂ ਦੇ ਨਾਮ ਨੂੰ ਧੰਨ ਧੰਨ ਕਹਿਣ ਦੇ ਜ਼ਬੂਰ ਹੁੰਦੇ ਸੀਗੇ, ਜਿਹੜੇ ਮੂਸਾ ਦੇ ਜ਼ਬੂਰ ਆ, ਜਿਹੜੇ ਮੂਸਾ ਦੇ ਸਾਮਸ ਆ, ਉਸਦੇ ਭਜਨ ਜਿਹੜੇ ਹੁੰਦੇ। ਇੱਕ ਚੀਜ਼ ਅਸੀਂ ਹੋਰ ਦੇਖਾਂਗੇ, ਇਸ ਤੋਂ ਪਹਿਲਾਂ ਅਸੀਂ ਆਦਮ ਦੇ ਬਾਗ ਦੇ ਵਿੱਚ ਜਾਈਏ। ਸੋ ਅਸੀਂ ਆ ਜਾਓ, ਮੇਰੇ ਨਾਲ ਗਿਣਤੀ ਦੇ ਵਿੱਚ ਆ ਜਾਓ। ਸੋ ਇੱਥੇ ਜਿਹੜਾ ਅਸੀਂ ਨਿਸ਼ਾਨ ਲਾਉਣਾ ਹੈਗਾ ਉਹ ਬੇਸਿਕਲੀ 11 ਤੇ 12 और इसके मोरे भी लिख लो लूक चैप्टर 4 और मत्ती दा चैप्टर 4। पढ़ते ਜਿਹੜੇ ਭੈਣ ਭਰਾ ਬਾਈਬਲ ਸਟੱਡੀ ਕਰਾਉਂਦੇ ਆ, ਤੁਹਾਨੂੰ ਆਸਾਨੀ ਹੋ ਜਾਏਗੀ ਇਹਨਾਂ ਨੂੰ ਦੇਖਣ ਦੇ ਲਈ। ਔਰ ਦੂਸਰੀ ਚੀਜ਼ ਇਹ ਜਿਹੜੀ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਇਹ ਪ੍ਰਭੂ ਦਾ ਸ਼ਬਦ ਕੋਈ ਜਾਦੂਗਰੀ ਨਹੀਂ ਗਾ ਕਿ ਅਸੀਂ ਇਹ ਆਇਤਾਂ ਬੋਲ ਦਿੱਤੀਆਂ ਤਾਂ ਬਸ ਸਭ ਕੁਝ ਹੋ ਗਿਆ। ਇਟ ਡਸਨਟ ਵਰਕ ਦੈਟ ਵੇ। ਇਟਸ ਅ ਲਾਈਫ। ਇਹ ਲਾਈਫ ਆ ਜਿਹੜੀ ਅਸੀਂ ਜੀਂਦੇ। ਇਹ ਚੀਜ਼ਾਂ ਦਾ ਸਾਨੂੰ ਪਤਾ ਹੋਣਾ ਚਾਹੀਦਾ ਕਿ ਇਹ ਚੀਜ਼ਾਂ ਕਿੱਥੇ ਕਿਉਂ ਪ੍ਰਭੂ ਨੇ ਕਹੀਆਂ ਸੀ, ਕਿਸ ਹਾਲਤ ਦੇ ਵਿੱਚ ਕਹੀਆਂ ਸੀ। ਉਸ ਵੇਲੇ ਸਾਡੀ ਪ੍ਰਭੂ ਦੀ ਹਾਲਤ ਤਾਂ ਨਹੀਂ ਬਦਲਦੀ, ਪਰ ਸਾਡੇ ਉਸ ਵੇਲੇ ਹਾਲਤ ਔਰ ਹਾਲਾਤ ਕੀ ਸੀਗੇ ਜਿਸ ਲਈ ਪ੍ਰਭੂ ਨੇ ਇਹ ਕਹੀਆਂ। ਔਰ ਇਹਨਾਂ ਦੇ ਨਾਲ ਇਸ ਕਰਕੇ ਜਿਹੜਾ ਅਸੀਂ ਬਾਈਬਲ ਨੂੰ, ਪ੍ਰਭੂ ਦੇ ਵਚਨ ਨੂੰ ਦੇਖਦੇ ਪਏ ਹਾਂ, ਉਹ ਅਸੀਂ ਦੇਖਦੇ ਪਏ ਹਾਂ ਇੱਕ ਹਿਸਟੋਰਿਕ ਤਰੀਕੇ ਦੇ ਨਾਲ। ਇੱਕ ਕੌਮ ਨੂੰ ਪ੍ਰਭੂ ਨੇ ਫੜਿਆ, ਉਸ ਕੌਮ ਦੇ ਨਾਲ ਉਸਨੇ ਉਹ ਚੱਲਿਆ, ਔਰ ਉਸ ਕੌਮ ਦੇ ਨਾਲ ਉਹ ਜਿੱਦਾਂ ਜਿੱਦਾਂ ਚੱਲਿਆ ਉਹ ਸਾਡੀ ਜ਼ਿੰਦਗੀ ਦੇ ਟ੍ਰਾਂਸਲੇਟ ਹੁੰਦੀਆਂ ਚੀਜ਼ਾਂ। ਇਸ ਕਰਕੇ ਬਾਈਬਲ ਜਿਹੜੀ ਸਾਨੂੰ ਦਿੱਤੀ ਗਈ ਆ, ਇਹ ਕ੍ਰੋਨੋਲੋਜੀਕਲ ਤਰੀਕੇ ਦੇ ਨਾਲ ਸਾਨੂੰ ਦਿੱਤੀ ਗਈ ਹੈ, ਸਾਲਾਂ ਔਰ ਸਮਿਆਂ ਦੇ ਨਾਲ ਸਾਨੂੰ ਦਿੱਤੀ ਕਿ ਪਹਿਲਾਂ ਆਹ ਚੀਜ਼ਾਂ ਵਾਪਰੀਆਂ, ਫਿਰ ਆਹ ਚੀਜ਼ਾਂ ਵਾਪਰੀਆਂ, ਫਿਰ ਆਹ ਚੀਜ਼ਾਂ ਵਾਪਰੀਆਂ। ਪਰ ਜਿਹੜੀ ਮੇਨ ਚੀਜ਼ ਆ ਉਹ ਇਹ ਆ ਕਿ ਜੋ ਅਦਨ ਦੇ ਬਾਗ ਦੇ ਵਿੱਚ ਅਸੀਂ ਗੰਦ ਖਿਲਾ ਰਿਹਾ ਸੀ, ਕੀ ਪ੍ਰਭੂ ਨੇ ਉਹਦੇ ਲਈ ਕੁਛ ਕੀਤਾ? That is the main thing. So ਹੁਣ ਅਸੀਂ ਆ ਗਏ ਹਾਂ ਗਿਣਤੀ ਦੇ ਵਿੱਚ। ਗਿਣਤੀ ਦੇ ਵਿੱਚ ਜਿਸ ਲਈ ਅਸੀਂ ਪਹੁੰਚੇ ਹਾਂ ਤਾਂ ਪ੍ਰਭੂ ਇੱਥੇ ਉਹਨਾਂ ਨੇ 12 ਸੂਏ ਘੱਲੇ ਆ। ਬੇਸਿਕਲੀ ਜਿਸ ਲਈ ਪ੍ਰਭੂ ਮਿਸਰ ਦੇ ਵਿੱਚ ਉਹਨਾਂ ਨੂੰ ਕੱਢ ਕੇ ਲੈ ਕੇ ਆਇਆ, ਉਹ ਅਬਾਊਟ 1.5-2 ਸਾਲ ਦੇ ਵਿੱਚ ਉਹ ਪਹੁੰਚ ਗਏ ਸੀਗੇ ਵਾਅਦੇ ਦੀ ਧਰਤੀ ਦੇ ਖੁੰਝੇ ਤੇ। ਮਿਸਰ ਤੋਂ ਚੱਲ ਕੇ ਜੋਰਡਨ ਰਿਵਰ ਦੇ ਕੰਢੇ ਤੇ ਪਹੁੰਚ ਗਏ ਸੀਗੇ, ਜਿੱਥੇ ਅੱਜ ਦਾ ਸੀਰੀਆ ਦੇ ਵਿੱਚ ਉਹ ਪਹੁੰਚ ਗਏ ਸੀ। ਮਿਸਰ ਤੋਂ ਚੱਲ ਕੇ, ਇਜਿਪਟ ਤੋਂ ਚੱਲ ਕੇ ਮਿਸਰ ਦੇ ਕੰਢੇ ਤੇ ਤੁਹਾਨੂੰ ਆਪਾਂ ਸਾਰੇ ਉਹ ਰਾਊਟਸ ਦੇਖਿਆ। ਸੋ ਉੱਥੇ ਉਹ ਪਹੁੰਚ ਚੁੱਕੇ ਸੀਗੇ। ਹੁਣ ਉਹਨਾਂ ਨੇ ਉੱਥੋਂ 12 ਸੂਏ ਘੱਲੇ ਕਿ ਜਾ ਕੇ ਦੇਖੋ ਧਰਤੀ ਹੈ ਕਿੱਦਾਂ। ਉਹ ਵਾਪਸ ਆਏ ਔਰ ਉਹਨਾਂ ਨੇ ਆ ਕੇ ਰੋਣਾ ਧੋਣਾ ਸ਼ੁਰੂ ਕਰਤਾ। ਉੱਥੇ ਦੇ ਲੋਕ ਤਾਂ ਲੰਬੇ ਆ, ਉੱਥੇ ਦੇ ਲੋਕ ਤਾਂ ਉੱਚੇ, ਉਹ ਤਾਂ ਦੈਂਤਾਂ ਵਰਗੇ ਆ, ਉਹ ਤਾਂ ਸਾਨੂੰ ਕੱਚੇ ਖਾ ਜਾਣਗੇ। ਔਰ ਇੱਕੋ ਹੀ ਉਹਨਾਂ ਦੇ ਵਿੱਚੋਂ ਬੰਦਾ ਸੀ ਜਿਸ ਦਾ ਨਾਂ ਕਾਲੇਬ ਸੀ। ਸਿਰਫ ਕਾਲੇਬ ਜੋ ਯਹੂਦਾ ਦੇ ਖਾਨਦਾਨ ਦੇ ਵਿੱਚੋਂ ਸੀ, ਉਸਨੇ ਸਿਰਫ ਤੋਂ ਸਿਰਫ ਉਸਨੇ ਉੱਥੇ ਆਵਾਜ਼ ਪਹਿਲਾਂ ਉਠਾਈ ਔਰ ਜਾਸ਼ੂਆ ਦੇ ਨਾਲ ਰਲ ਗਿਆ ਕਿ ਨਹੀਂ, ਸਾਡਾ ਪ੍ਰਭੂ ਯੋਗ ਆ ਜਿਹੜਾ ਸਾਨੂੰ ਕੱਢ ਕੇ ਲਿਆਇਆ। ਸੋ ਪ੍ਰਭੂ ਨੇ ਫਿਰ ਉਹਨਾਂ ਨੂੰ ਕਿਹਾ ਕਿ ਤੁਸੀਂ ਇਹ ਸਾਰਾ ਕੁਛ ਕਰਕੇ ਆਪਣੀਆਂ ਅੱਖਾਂ ਦੇ ਨਾਲ ਤੁਸੀਂ ਦੇਖਿਆ ਕਿ ਮੈਂ ਕੀ ਕੀਤਾ ਸੀ ਮਿਸਰ ਦੇ ਲੋਕਾਂ ਦੇ ਨਾਲ, ਤੁਹਾਨੂੰ ਮੈਂ ਉੱਥੋਂ ਕਿੱਦਾਂ ਕੱਢ ਕੇ ਲੈ ਕੇ ਆਇਆ। ਇਸ ਤਰ੍ਹਾਂ ਇੱਕ ਲਾਠੀ ਸੀ ਮੂਸਾ ਦੇ ਹੱਥ 'ਚ, ਹੋਰ ਕੁਛ ਨਹੀਂ ਸੀ। ਕਿੱਦਾਂ ਮੈਂ ਉੱਥੋਂ ਕੱਢ ਕੇ ਲੈ ਕੇ ਆਇਆ, ਤੁਹਾਡਾ ਬਾਲ ਵਿੰਗਾ ਨਹੀਂ ਹੋਇਆ। ਤੁਸੀਂ ਉੱਥੋਂ ਗੱਡੇ ਭਰ ਕੇ ਚੀਜ਼ਾਂ ਦੇ ਲੈ ਕੇ ਆਏ ਆ। ਜੇ ਤੁਸੀਂ ਗੁਲਾਮੀ ਕੀਤੀ ਸੀ ਤਾਂ ਤੁਹਾਡੀ ਇੱਕ ਦਿਨ ਦੀ ਵੀ ਦਿਹਾੜੀ ਉੱਥੇ ਨਹੀਂ ਰਹੀ। ਮੈਂ ਤੁਹਾਨੂੰ ਸੋਨਾ, ਚਾਂਦੀ, ਬ੍ਰੌਂਜ਼ ਸਭ ਕੁਝ ਦੇ ਕੇ ਲੈ ਕੇ ਆਇਆ। ਤੁਸੀਂ ਰਾਜਕੁਮਾਰਾਂ ਵਾਲੇ ਕੱਪੜੇ ਪਾਏ ਸੀ ਜਿਹੜੇ ਤੁਸੀਂ ਉੱਥੋਂ ਨਿਕਲੇ। ਤੁਸੀਂ ਮਿਸਰੀਆਂ ਦੇ ਕੱਪੜੇ ਪਾਏ ਸੀ ਜਿਹੜੇ ਤੁਸੀਂ ਉੱਥੋਂ ਨਿਕਲੇ। ਔਰ ਕਿੱਦਾਂ ਪ੍ਰਭੂ ਨੇ ਉਹਨਾਂ ਨੂੰ ਲਾਲ ਸਾਗਰ ਪਾਰ ਕਰਾ ਕੇ ਉਹਦੇ ਵਿੱਚੋਂ ਵੀ ਕੱਢ ਕੇ ਲੈ ਕੇ ਆਏ। ਕਿੱਦਾਂ ਰਸਤੇ ਦੇ ਵਿੱਚ ਪ੍ਰਭੂ ਨੇ ਕੌੜੇ ਪਾਣੀ ਮਿੱਠੇ ਕੀਤੇ ਉਹਦੇ ਲਈ। ਕਿੱਦਾਂ ਪ੍ਰਭੂ ਨੇ ਉਹਨਾਂ ਨੂੰ ਪੱਥਰ ਦੇ ਵਿੱਚੋਂ ਪਾਣੀਆਂ ਦੇ ਫੁਹਾਰੇ ਨਿਕਲਦੇ ਪਏ, ਜਿਹੜਾ ਉਹਨਾਂ ਨੇ ਵੀ ਪੀਤਾ, ਉਸ ਧਰਤੀ ਨੇ ਵੀ ਪੀਤਾ, ਉਹਨਾਂ ਨੇ ਵੀ ਪੀਤਾ, ਔਰ ਉਹਨਾਂ ਦੇ ਜਾਨਵਰਾਂ ਨੇ ਵੀ ਪੀਤਾ।
ਇਹ ਸਾਰੀਆਂ ਬਰਕਤਾਂ ਦੇਖਣ ਤੋਂ ਬਾਅਦ ਔਰ ਮੈਂ ਅੱਜ ਵੀ ਤੁਹਾਡੇ ਨਾਲ ਦਿਨ ਦੇ ਵੇਲੇ ਉਸ ਪਵਿੱਤਰ ਤੰਬੂ ਦੇ ਉੱਤੇ ਮੈਂ ਧੂਏ ਦਾ ਖੰਭਾ ਬਣ ਕੇ ਰਹਿਣਾ, ਮੈਂ ਬੱਦਲ ਦਾ ਖੰਭਾ ਬਣ ਕੇ ਰਹਿਣਾ ਔਰ ਰਾਤ ਦੇ ਵੇਲੇ ਅੱਗ ਦਾ ਚਾਨਣ ਬਣ ਕੇ ਰਹਿਣਾ। ਔਰ ਤੁਸੀਂ ਕੁੜਕੜਾਉਣੇ ਪਏ, ਸੋ ਪ੍ਰਭੂ ਨੇ ਹੁਣ ਉਹਨਾਂ ਨੂੰ ਸਜ਼ਾ ਦੇ ਦਿੱਤੀ। ਜਿਸਮ ਦੇ ਵਿੱਚੋਂ ਹੁਣ ਉਸਨੇ ਕੈਂਸਰ ਸਾਫ਼ ਕਰ, ਜਿਸਮ ਦੇ ਵਿੱਚੋਂ ਹੁਣ ਉਸਨੇ ਕੈਂਸਰ ਸਾਫ਼ ਕਰਨਾ, ਸੋ ਉਹਨਾਂ ਨੂੰ ਸਜ਼ਾ ਮਿਲਣੀ ਹੈ। ਸੋ ਆਓ ਅਸੀਂ 26 ਆਇਤ ਤੋਂ ਲੈ ਕੇ 35 ਆਇਤ ਤੱਕ ਗਿਣਤੀ ਦਾ 14ਵਾਂ ਭਾਵ ਨੰਬਰਸ ਚੈਪਟਰ 14 26 ਮੈਂ ਪੜ੍ਹ ਦਿੰਦਾ, ਪੇਜ ਹੈਗਾ 202। ਹਾਂਜੀ 202 ਕਰਨਾ। ਪ੍ਰਭੂ ਲੋਕਾਂ ਨੂੰ ਉਹਨਾਂ ਦੇ ਵਿਦਰੋਹ ਕਾਰਨ ਸਜ਼ਾ ਦਿੰਦਾ ਹੈ। ਤਦ ਪ੍ਰਭੂ ਨੇ ਮੂਸਾ ਅਤੇ ਹਾਰੂਨ ਨੂੰ ਕਿਹਾ, ਇਹ ਦੁਸ਼ਟ ਲੋਕ ਕਦੋਂ ਤੱਕ ਮੇਰੇ ਵਿਰੁੱਧ ਬੁੜਬੁੜਾਉਂਦੇ ਰਹਿਣਗੇ? ਮੈਂ ਇਹਨਾਂ ਦਾ ਆਪਣੇ ਵਿਰੁੱਧ ਬੁੜਬੁੜਾਉਣਾ ਆਪ ਸੁਣਿਆ ਹੈ। ਤੁਸੀਂ ਉਹਨਾਂ ਨੂੰ ਇਸ ਤਰ੍ਹਾਂ ਕਹੋ, ਮੈਂ ਜਿਉਂਦਾ ਪਰਮੇਸ਼ਵਰ ਹਾਂ, ਜੋ ਤੁਸਾਂ ਕਿਹਾ ਅਤੇ ਮੈਂ ਸੁਣਿਆ ਹੈ, ਅਤੇ ਮੈਂ ਉਹ ਸੱਚਮੁੱਚ ਕਰਕੇ ਦਿਖਾਵਾਂਗਾ। ਤੁਹਾਡੇ ਵਿੱਚ ਹਰ ਕੋਈ ਜੋ ਮੇਰੇ ਵਿਰੁੱਧ ਬੁੜਬੁੜਾਇਆ ਹੈ ਅਤੇ 20 ਸਾਲ ਦੀ ਉਮਰ ਤੋਂ ਉੱਤੇ ਹੈ, ਇਸੇ ਉਜਾੜ ਵਿੱਚ ਖਤਮ ਹੋ ਜਾਵੇਗਾ। ਕਾਲੇਬ ਅਤੇ ਯਹੋਸ਼ਿਆ ਤੋਂ ਸਿਵਾਏ ਤੁਹਾਡੇ ਵਿੱਚੋਂ ਕੋਈ ਮਨੁੱਖ ਵੀ ਉਸ ਧਰਤੀ ਤੇ ਨਹੀਂ ਪਹੁੰਚੇਗਾ ਜਿਸ ਬਾਰੇ ਮੈਂ ਕਿਹਾ ਸੀ ਕਿ ਤੁਸੀਂ ਉੱਥੇ ਜਾ ਕੇ ਵਸੋਗੇ। ਤੁਹਾਡੀ ਛੋਟੀ ਸੰਤਾਨ, ਜਿਸ ਬਾਰੇ ਤੁਸੀਂ ਕਿਹਾ ਸੀ ਕਿ ਉਹ ਵੈਰੀਆਂ ਦੀ ਬੰਦੀ ਬਣ ਜਾਵੇਗੀ, ਉਹ ਉਸ ਧਰਤੀ ਤੇ ਜਾ ਕੇ ਵਸੇਗੀ, ਪਰ ਤੁਸੀਂ ਆਪ ਸਭ ਇਸੇ ਉਜਾੜ ਵਿੱਚ ਮਰ ਖਪ ਜਾਓਗੇ। ਤੁਹਾਡੀ ਸੰਤਾਨ ਪੂਰੇ 40 ਸਾਲ ਵਿੱਚ ਉਜਾੜ ਵਿੱਚ ਆਜੜੀਆਂ ਦੀ ਤਰ੍ਹਾਂ ਰਹੇਗੀ ਅਤੇ ਤੁਹਾਡੇ ਵਿਸ਼ਵਾਸਘਾਤ ਦਾ ਫਲ ਭੋਗੇਗੀ। ਇਸੇ ਸਮੇਂ ਵਿੱਚ ਤੁਹਾਡੇ ਵਿੱਚੋਂ ਹਰ ਕੋਈ ਮਰ ਜਾਵੇਗਾ। ਠੀਕ ਜਿੰਨੇ ਦਿਨ ਤੁਸੀਂ ਇਸ ਧਰਤੀ ਦਾ ਭੇਦ ਲਾਉਣ ਲਈ ਲਾਏ ਸਨ, ਹੁਣ ਉਨੇ ਹੀ ਸਾਲ 40 ਤੁਸੀਂ ਆਪਣੇ ਕੀਤੇ ਪਾਪਾਂ ਦਾ ਫਲ ਭੋਗੋਗੇ ਅਤੇ ਫਿਰ ਤੁਸੀਂ ਮੈਨੂੰ ਗੁੱਸੇ ਕਰਨ ਦਾ ਅਰਥ ਜਾਣੋਗੇ। ਇਹ ਸ਼ਬਦ ਮੈਂ ਆਪ ਪ੍ਰਭੂ ਨੇ ਬੋਲੇ ਹਨ ਅਤੇ ਮੈਂ ਇਹ ਸਭ ਕੁਝ ਇਹਨਾਂ ਦੁਸ਼ਟ ਲੋਕਾਂ ਦੇ ਨਾਲ ਕਰਾਂਗਾ ਅਤੇ ਇਹ ਸਭ ਇਸ ਉਜਾੜ ਵਿੱਚ ਨਾਸ਼ ਹੋ ਜਾਣਗੇ। ਸੋ ਉਜਾੜ, ਇਸ ਚੀਜ਼ ਨੂੰ ਚੇਤੇ ਰੱਖੇ। 40 ਸਾਲ 40 ਦਿਨ 40 ਸਾਲ ਉਜਾੜ ਦੇ ਵਿੱਚ, ਲੇਕਿਨ ਜਿਹੜੀ ਉਹਨਾਂ ਦੀ ਅਗਲੀ ਜਨਰੇਸ਼ਨ ਸੀ ਉਹ ਪ੍ਰਭੂ ਨੇ ਮੂਸਾ ਦੇ ਰਾਹੀਂ ਟ੍ਰੇਨ ਕੀਤੀ। ਜਿਹੜੀ ਅਗਲੀ ਜਨਰੇਸ਼ਨ ਸੀ ਉਹ ਵੱਖ ਕਰ ਦਿੱਤੀ ਗਈ ਉਹਨਾਂ ਲੋਕਾਂ ਤੋਂ। ਉਹਨਾਂ ਦੇ ਵਿੱਚ ਇੱਕ ਸੈਪਰੇਸ਼ਨ ਸੀ, ਉਹਨਾਂ ਨੂੰ ਟ੍ਰੇਨ ਕੀਤਾ ਗਿਆ, ਉਹਨਾਂ ਨੂੰ ਪ੍ਰਭੂ ਦੇ ਵਚਨ ਦੇ ਵਿੱਚ ਤਿਆਰੀ ਦਿੱਤੀ ਗਈ। ਹੁਣ ਅੰਤ ਦੇ ਵਿੱਚ ਵਿਵਸਥਾ ਸਾਰ ਦਾ ਮਤਲਬ ਕਿ ਸਾਰੀਆਂ ਚੀਜ਼ਾਂ ਦਾ ਸਾਰ ਇਕੱਠਾ ਕਰਕੇ ਲਿਖਤ ਰੂਪ ਦੇ ਵਿੱਚ ਹੁਣ ਉਹਨਾਂ ਦੀਆਂ ਹੱਥਾਂ ਤੇ ਰੱਖਿਆ ਜਾਣਾ। ਸੋ ਅਸੀਂ ਇਹ ਸਾਰੀਆਂ ਚੀਜ਼ਾਂ ਦੇਖ ਚੁੱਕੇ ਹਾਂ। ਹੁਣ ਅਸੀਂ ਆਵਾਂਗੇ ਅਦਨ ਦੇ ਬਾਗ ਦੇ ਵਿੱਚ। ਅਦਨ ਦੇ ਬਾਗ ਦੇ ਵਿੱਚ ਅਸੀਂ ਥੋੜਾ ਜਿਹਾ ਹਿੱਸਾ ਦੇਖਾਂਗੇ ਔਰ ਵਾਅਦਾ ਦੇਖਾਂਗੇ ਜਿੱਥੇ ਪ੍ਰਭੂ ਨੇ ਨੇਮ ਬੰਨਿਆ ਸੀ ਉਹਨਾਂ ਦੇ ਨਾਲ। ਸੋ ਪ੍ਰਭੂ ਨੇ ਉਹਨਾਂ ਨੂੰ ਹੁਕਮ ਦਿੱਤਾ ਸੀ। ਸੋ ਆਓ ਅਸੀਂ ਪਹਿਲੀਆਂ 13 ਆਇਤਾਂ ਇਸ ਦੀਆਂ ਦੇਖੀਏ। ਤੀਸਰਾ ਭਾਵ ਜੈਨਸਿਸ ਚੈਪਟਰ 2। ਜਿਸ ਨੂੰ ਉਤਪਤ ਦਾ ਤੀਜਾ ਪਹਿਲੀਆਂ 13। ਹਾਂਜੀ ਠੀਕ ਆ। ਮਨੁੱਖ ਦਾ ਪਾਪ ਵਿੱਚ ਡਿੱਗਣਾ, ਇਹ ਪੇਜ 4 ਆ ਮੋਹਰਲੇ ਪਾਸਿਓਂ। ਪ੍ਰਭੂ ਪਰਮੇਸ਼ਵਰ ਦੇ ਬਣਾਈ ਜੰਗਲੀ ਪ੍ਰਾਣੀਆਂ ਵਿੱਚ ਸੱਪ ਸਭ ਤੋਂ ਵੱਧ ਚਲਾਕ ਸੀ। ਸੱਪ ਨੇ ਔਰਤ ਨੂੰ ਕਿਹਾ, ਕੀ ਇਹ ਸੱਚ ਹੈ ਕਿ ਪਰਮੇਸ਼ਵਰ ਨੇ ਤੁਹਾਡੇ ਬਾਗ ਦੇ ਕਿਸੇ ਰੁੱਖ ਦਾ ਫਲ ਖਾਣ ਤੋਂ ਮਨਾ ਕੀਤਾ ਹੈ? ਔਰਤ ਨੇ ਸੱਪ ਨੂੰ ਉੱਤਰ ਦਿੱਤਾ, ਬਾਗ ਦੇ ਕਿਸੇ ਵੀ ਰੁੱਖ ਦਾ ਫਲ ਖਾਣ ਦੀ ਸਾਨੂੰ ਖੁੱਲੀ ਛੁੱਟੀ ਹੈ, ਪਰ ਜੋ ਰੁੱਖ ਬਾਗ ਦੇ ਵਿਚਕਾਰ ਹੈ ਉਸ ਦਾ ਫਲ ਖਾਣ ਤੋਂ ਸਾਨੂੰ ਮਨਾ ਕੀਤਾ ਗਿਆ ਹੈ, ਇੱਥੋਂ ਤੱਕ ਕਿ ਉਸ ਨੂੰ ਅਸੀਂ ਛੂਹ ਵੀ ਨਹੀਂ ਸਕਦੇ ਕਿ ਕਿਤੇ ਅਸੀਂ ਮਰ ਨਾ ਜਾਈਏ। ਸੱਪ ਨੇ ਔਰਤ ਨੂੰ ਕਿਹਾ, ਨਹੀਂ, ਤੁਸੀਂ ਬਿਲਕੁਲ ਨਹੀਂ ਮਰੋਗੇ, ਸਗੋਂ ਪਰਮੇਸ਼ਵਰ ਜਾਣਦਾ ਹੈ ਕਿ ਜਿਸ ਦਿਨ ਤੁਸੀਂ ਉਸ ਰੁੱਖ ਦਾ ਫਲ ਖਾਵੋਗੇ ਤਾਂ ਤੁਹਾਡੀਆਂ ਅੱਖਾਂ ਖੁੱਲ ਜਾਣਗੀਆਂ ਅਤੇ ਤੁਸੀਂ ਪਰਮੇਸ਼ਵਰ ਵਾਂਗੂ ਬੁਰੇ ਤੇ ਭਲੇ ਨੂੰ ਜਾਣਨ ਲੱਗੋਗੇ। ਔਰਤ ਨੇ ਦੇਖਿਆ ਕਿ ਉਹ ਰੁੱਖ ਸੱਚਮੁੱਚ ਖਾਣ ਦੇ ਲਈ ਚੰਗਾ, ਦੇਖਣ ਵਿੱਚ ਸੁੰਦਰ ਅਤੇ ਮਨੁੱਖ ਨੂੰ ਬੁੱਧੀਮਾਨ ਬਣਾ ਸਕਦਾ ਹੈ। ਇਸ ਲਈ ਉਸਨੇ ਉਸ ਰੁੱਖ ਦਾ ਫਲ ਤੋੜ ਕੇ ਕੁਝ ਆਪ ਖਾਧਾ ਅਤੇ ਕੁਝ ਆਪਣੇ ਪਤੀ ਨੂੰ ਦਿੱਤਾ। ਉਸਦੇ ਪਤੀ ਨੇ ਉਹ ਫਲ ਉਸ ਤੋਂ ਲੈ ਕੇ ਖਾ ਲਿਆ। ਇਹ ਕਰਨ ਤੇ ਉਹਨਾਂ ਦੋਹਾਂ ਦੀਆਂ ਅੱਖਾਂ ਖੁੱਲ ਗਈਆਂ ਅਤੇ ਉਹ ਜਾਣ ਗਏ ਕਿ ਉਹ ਨੰਗੇ ਹਨ। ਇਸ ਲਈ ਉਹਨਾਂ ਨੇ ਅੰਜੀਰ ਦੇ ਪੱਤਿਆਂ ਨੂੰ ਜੋੜ ਕੇ ਆਪਣੇ ਲਈ ਲੰਗੋਟ ਬਣਾਏ। ਸਾਂਝ ਵੇਲੇ ਉਹਨਾਂ ਦੋਹਾਂ ਆਦਮੀ ਅਤੇ ਔਰਤ ਨੇ ਪ੍ਰਭੂ ਪਰਮੇਸ਼ਵਰ ਦੇ ਬਾਗ ਵਿੱਚ ਚੱਲਣ ਦੀ ਆਵਾਜ਼ ਸੁਣੀ
ਤਦ ਉਹਨਾਂ ਨੇ ਆਪਣੇ ਆਪ ਨੂੰ ਬਾਗ ਦੇ ਰੁੱਖਾਂ ਵਿੱਚ ਪਰਮੇਸ਼ਵਰ ਤੋਂ ਲੁਕਾਉਣ ਦੀ ਕੋਸ਼ਿਸ਼ ਕੀਤੀ। ਪ੍ਰਭੂ ਪਰਮੇਸ਼ਵਰ ਨੇ ਆਦਮੀ ਨੂੰ ਆਵਾਜ਼ ਦੇ ਕੇ ਪੁੱਛਿਆ, ਤੂੰ ਕਿੱਥੇ ਹੈ? ਆਦਮੀ ਨੇ ਉੱਤਰ ਦਿੱਤਾ, ਮੈਂ ਬਾਗ ਦੇ ਵਿੱਚ ਤੇਰੇ ਚੱਲਣ ਦੀ ਆਵਾਜ਼ ਸੁਣ ਕੇ ਡਰ ਗਿਆ, ਕਿਉਂਕਿ ਮੈਂ ਨੰਗਾ ਹਾਂ, ਇਸ ਲਈ ਮੈਂ ਆਪਣੇ ਆਪ ਨੂੰ ਲੁਕਾਇਆ ਹੈ। ਪ੍ਰਭੂ ਪਰਮੇਸ਼ਵਰ ਨੇ ਆਦਮੀ ਨੂੰ ਕਿਹਾ, ਤੈਨੂੰ ਕਿਸ ਨੇ ਦੱਸਿਆ ਕਿ ਤੂੰ ਨੰਗਾ ਹੈ? ਕੀ ਤੂੰ ਉਹ ਫਲ ਤੇ ਨਹੀਂ ਖਾ ਲਿਆ ਜਿਸ ਤੇ ਨਾ ਖਾਣ ਦੀ ਆਗਿਆ ਮੈਂ ਤੈਨੂੰ ਦਿੱਤੀ ਸੀ? ਆਦਮੀ ਨੇ ਪ੍ਰਭੂ ਪਰਮੇਸ਼ਵਰ ਨੂੰ ਉੱਤਰ ਦਿੱਤਾ, ਉਸ ਔਰਤ ਨੇ ਜਿਸ ਨੂੰ ਤੂੰ ਮੈਨੂੰ ਦਿੱਤਾ ਹੈ, ਉਸ ਰੁੱਖ ਦਾ ਫਲ ਮੈਨੂੰ ਦਿੱਤਾ ਅਤੇ ਮੈਂ ਖਾ ਲਿਆ। ਪ੍ਰਭੂ ਪਰਮੇਸ਼ਵਰ ਨੇ ਔਰਤ ਨੂੰ ਕਿਹਾ, ਤੂੰ ਇਹ ਕੀ ਕੀਤਾ ਹੈ? ਔਰਤ ਨੇ ਪ੍ਰਭੂ ਪਰਮੇਸ਼ਵਰ ਨੂੰ ਉੱਤਰ ਦਿੱਤਾ, ਸੱਪ ਨੇ ਮੈਨੂੰ ਕਿਹਾ ਤੇ ਮੈਂ ਇਹ ਖਾਧਾ। ਦੇਖਣ ਦੇ ਵਿੱਚ ਖਾਣ ਦੇ ਲਈ ਇੱਕ ਅਹੁਦੇ ਦੇ ਲਈ ਅਹੁਦਾ ਕਿ ਤੁਸੀਂ ਪਰਮੇਸ਼ਵਰ ਦੇ ਬਰਾਬਰ ਬਣ ਜਾਓ। You are just like God. ਔਰ ਬਾਕੀ ਚੀਜ਼ਾਂ ਉਸਨੇ ਆਪੇ ਰਲਾ ਲਈਆਂ। ਇਹ ਰੁੱਖ ਸੱਚਮੁੱਚ ਖਾਣ ਦੇ ਲਈ ਚੰਗਾ ਹੈ, ਦੇਖਣ ਦੇ ਵਿੱਚ ਸੁੰਦਰ ਹੈ, ਮਨੁੱਖ ਨੂੰ ਬੁੱਧੀਮਾਨ ਬਣਾ ਸਕਦਾ ਹੈ। ਇਹ ਆਪੇ ਬਣਾ ਲਈ। ਇਹਨੂੰ ਕਹਿੰਦੇ ਹੈਗੇ ਆ ਕਿ ਜਿਸ ਵੇਲੇ ਅਸੀਂ ਗਲਤ ਕੰਮ ਕਰਨਾ ਹੁੰਦਾ, ਅਸੀਂ ਆਪਣੇ ਆਪ ਨੂੰ ਆਪ ਕਨਵਿੰਸ ਕਰਦੇ ਹਾਂ। ਪਤਾ ਹੁੰਦਾ ਇਹ ਗਲਤ ਆ, ਪਰ ਅਸੀਂ ਕਨਵਿੰਸ ਕਰਦੇ ਹਾਂ ਆਪਣੇ ਆਪ ਨੂੰ। ਸੈਲਫ ਕਨਵਿੰਸਿੰਗ ਜਿਹੜੀ ਹੈ ਨਾ, ਜਿਹੜੀ ਉਹ ਆਪਣੇ ਆਪ ਨੂੰ ਉਸ ਚੀਜ਼ ਦੇ ਵਿੱਚ ਲੈ ਕੇ ਅੱਗੇ ਜਾਣਾ ਹੈਗਾ, ਜਿਹੜੇ ਅਗਲੇ ਕਦਮ ਪੁੱਟਣੇ, ਉਹਦੇ ਵਿੱਚ ਅਸੀਂ ਆਪ ਫਸ ਜਾਂਦੇ ਹਾਂ, ਫਿਰ ਫਸਦੇ ਹੀ ਚਲੇ ਜਾਂਦੇ। ਇੱਥੇ ਉਹੀ ਚੀਜ਼ ਅਸੀਂ ਦੇਖਦੇ ਹਾਂ, ਇੱਕ ਰਿਸ਼ਤਾ ਪ੍ਰਭੂ ਦੇ ਨਾਲ, ਜਿੱਥੇ ਹਰ ਰੋਜ਼ ਪ੍ਰਭੂ ਆਉਂਦਾ ਔਰ ਉਹਨਾਂ ਦੇ ਨਾਲ ਪ੍ਰਭੂ ਜਾਂਦਾ। ਉਸ ਆਦਮ ਦੇ ਬਾਗ ਦੇ ਵਿੱਚ ਇੱਕ ਰਿਸ਼ਤਾ ਹੈ, ਇੱਕ ਬਾਪ ਔਰ ਬੇਟੇ ਵਾਲਾ ਰਿਸ਼ਤਾ ਹੈ। ਔਰ ਜਿਸ ਲਈ ਉਸਨੇ ਆਦਮ ਨੂੰ ਪੁੱਛਿਆ ਕਿ ਭਾਈ ਤੂੰ ਕਿਤੇ ਫਲ ਤਾਂ ਨਹੀਂ ਖਾ ਲਿਆ? ਹੁਣ ਦੇਖੋ ਰਿਸ਼ਤਾ ਟੁੱਟ ਗਿਆ। ਹੁਣ ਦੋ ਰਿਸ਼ਤੇ ਟੁੱਟਣੇ, स्वर्ग का रिश्ता भी टुटना, अपनी पत्नी दे नाल रिश्ता भी टुटना, धरती दे नाल भी रिश्ता टुटना। उसने क्या, ये जिहड़ी औरत तू मैनू दित्ती, इसने फल खादा मैनू दिता ते मैनू, सो ब्लेम किहदे ते आ? प्रभु दे, तू दित्ती है। हुण हवा नूं पुछया, उसने क्या, सप ने मैनू क्या तू ना बनाउंदा सप, तेरा ही कसूर। सो पत्नी ने मैनू दिता ते मैं खा लिया, ते हुण तेरे नाल मेरा रिश्ता जिहड़ा खराब होया इहदा कसूर। घर दीआं नीआं दे विच दराड़ पै गई। इस करके सानू जिन्नी मर्जी घर दे उत्ते परेशानी होवे, जिन्नी मर्जी सानू फाइनैंशियल परेशानी होवे, जिन्नी मर्जी सानू बाहरले लोकां दी परेशानी साडे घर दे विच आउंदी होवे, हमेशा अपने घर दी नींव नूं संभाल के सब तो सौखा है उसले ते पति पत्नी दे उत्ते और पत्नी पति दे उत्ते लोचे। और याद रखो सुनी टेक वन, अगर तरनजीत ने मैंने कुछ कह दिता है तो मैं चुप रह लिया तो कुछ बिगड़ चल, कुछ नहीं बिगड़। जे मैं कुछ कहता तो उन्हें उस समय दे विच चुप रह लिया, कुछ बिगड़ जाना? कुछ नहीं होगा। गर्मी दे विच गल्लां कहणियां बहुत सौखियां होंदियां, और खास करके मैं अपने भरावां नूं कहूंगा, असीं भुल जाने आ, पर भैणां नूं उन्हें इन्नी ट्रेनिंग कीती हुआ कि ना तो इन्हां नूं दिन भुलदा, ना वो जगह भुलदी है, ना तू की क्या सी भुल। ये बड़ी बरकत है इन्हां नूं। इन्ने बज के इन्ना टाइम सीगा, तू इत्थे बैठा सी, ऐस रंग दी कमीज पाई सी, इन्हां नूं भुलदा पिया। सो प्रभु ने कहा कि ये जिहड़ी जीव है ये अग पैदा करदी है, बच के
ਇਹ ਮੇਰੀ ਬੇਨਤੀ ਆਪਣੇ ਭੈਣਾਂ ਭਰਾਵਾਂ ਦੇ ਨਾਲ। ਮੈਂ ਵੀ ਬੜੇ ਔਖੇ ਰਸਤਿਆਂ ਨਾਲ ਸਿੱਖੀ ਇਹ ਚੀਜ਼, ਤੁਹਾਨੂੰ ਇਸ ਕਰਕੇ ਬੇਨਤੀ ਕਰਦਾ। ਐਨੀਵੇ, ਸੋ ਹੁਣ ਉਹਨਾਂ ਨੂੰ ਸਜ਼ਾ ਮਿਲਣੀ ਸ਼ੁਰੂ ਹੋਈ। ਸਜ਼ਾ ਦੇ ਵਿੱਚ ਜਿਹੜੀ ਮੇਨ ਚੀਜ਼ ਅਸੀਂ ਦੇਖਣੀ ਮੰਗਦੇ ਹਾਂ ਉਹ ਇਹ ਦੇਖਣੀ ਮੰਗਦੇ ਹਾਂ ਕਿ ਉਸਨੇ ਕਿਹਾ ਕਿ ਮੈਂ ਤੇਰੇ ਵਿੱਚ ਔਰ ਤੇਰੀ ਸੰਤਾਨ ਦੇ ਵਿੱਚ, ਔਰਤ ਦੀ ਸੰਤਾਨ ਦੇ ਵਿੱਚ ਵੈਰ ਪਾਊਂ। ਤੂੰ ਉਸਦੀ ਅੱਡੀ ਡੰਗੇਗਾ, ਉਹ ਤੇਰੀ ਸਿਰੀ ਫੇਂਗਾ। ਹੁਣ ਅਸੀਂ ਉਸਦੀ ਸਿਰੀ ਫੇਂ ਹੁੰਦੀ ਦੇਖਣੀ, ਜਿਹੜੀ ਪ੍ਰਭੂ ਨੇ ਉਹਦੀ ਸਿਰੀ ਫੇਣੀ। ਸੋ ਇੱਥੇ ਉਸਨੇ ਪਰਖ ਲਿਆਂਦੀ ਔਰ ਪਹਿਲਾ ਆਦਮ ਪਰਖ ਦੇ ਵਿੱਚ ਉਤਰਿਆ ਨਹੀਂ। ਉਸਨੇ ਇਸ ਤੋਂ ਬਾਅਦ ਜਿੰਨੀਆਂ ਸੰਤਾਨਾਂ ਜੰਮੀਆਂ ਸਾਰੀਆਂ ਪਾਪ ਦੇ ਵਿੱਚ ਪੈਦਾ ਹੋਈਆਂ। ਔਰ ਫਿਰ ਪ੍ਰਭੂ ਨੇ ਉਹਨਾਂ ਨੂੰ 22 ਆਇਤ ਤੋਂ ਦੇਖੋ ਮੇਰੇ ਨਾਲ, ਕਹਿੰਦਾ ਪ੍ਰਭੂ ਪਰਮੇਸ਼ਰ ਨੇ ਕਿਹਾ ਹੁਣ ਆਦਮੀ ਸਾਡੇ ਵਰਗਾ ਹੋ ਗਿਆ ਹੈ ਅਤੇ ਭਲੇ ਅਤੇ ਬੁਰੇ ਦਾ ਗਿਆਨ ਰੱਖਦਾ ਹੈ। ਹੋ ਸਕਦਾ ਹੈ ਕਿ ਹੱਥ ਵਧਾ ਕੇ ਜੀਵਨ ਦੇ ਰੁੱਖ ਨੂੰ ਤੋੜ ਕੇ ਖਾ ਲਵੇ ਔਰ ਹਮੇਸ਼ਾ ਤੱਕ ਜੀਵੇ। ਸੋ ਪ੍ਰਭੂ ਪਰਮੇਸ਼ਰ ਨੇ ਆਦਮੀ ਨੂੰ ਅਦਨ ਦੇ ਬਾਗ ਦੇ ਵਿੱਚੋਂ ਕੱਢ ਕੇ ਮਿੱਟੀ ਵਾਹੁਣ ਦੇ ਲਈ ਘੱਲ ਦਿੱਤਾ ਜਿਸ ਵਿੱਚੋਂ ਉਹ ਕੱਢਿਆ ਗਿਆ ਸੀ। ਪ੍ਰਭੂ ਪਰਮੇਸ਼ਰ ਨੇ ਆਦਮੀ ਨੂੰ ਬਾਹਰ ਕੱਢਣ ਤੋਂ ਬਾਅਦ ਬਾਗ ਦੇ ਪੂਰਬੀ ਪਾਸੇ ਦੂਤਾਂ ਦਾ ਤੇ ਉਸਦੇ ਚਾਰੇ ਪਾਸੇ ਨੰਗੀ ਚਮਕ ਦੀ ਤਲਵਾਰ ਦਾ ਪਹਿਰਾ ਲਾ ਦਿੱਤਾ ਕਿ ਉਹ ਜੀਵਨ ਦੇ ਰੁੱਖ ਦੀ ਰਾਖੀ ਕਰਨ। ਸੋ ਹੁਣ ਸਾਨੂੰ ਚੇਤੇ ਰੱਖਣਾ ਪੈਣਾ ਕਿ ਉਹ ਬਾਹਰ ਕੱਢ ਦਿੱਤੇ ਗਏ ਔਰ ਜਿਹੜਾ ਦੂਤ ਆ ਉਹਨਾਂ ਦੇ ਹੱਥ ਦੇ ਵਿੱਚ ਨੰਗੀ ਤਲਵਾਰ ਆ ਤੇ ਅੰਦਰ ਨਾ ਆ ਸਕਣ। ਠੀਕ, ਹੁਣ ਆਓ ਚੱਲੀਏ ਅਸੀਂ, ਸਾਡੇ ਕੋਲ 40 ਸਾਲ ਆ, 40 ਦਿਨ ਉਜਾੜ ਆ। ਅਸੀਂ ਉਹ ਆਇਤਾਂ ਦੇਖ ਲਈਆਂ ਜਿਹੜੀਆਂ ਸਾਨੂੰ ਵਿਵਸਥਾ ਸਾਰ ਦੇ ਵਿੱਚ ਦਿੱਤੀਆਂ ਗਈਆਂ। ਹੁਣ ਦੇਖੀਏ ਕਿ ਜਿਸਲੇ ਹੁਣ ਉਹ ਪ੍ਰਭੂ ਯਿਸੂ ਮਸੀਹ ਨੂੰ ਪਰਖਣ ਦੇ ਲਈ ਆਇਆ ਔਰ ਉਹਦੇ ਵਿੱਚ ਸਾਡੀ ਬਰਕਤ ਕੀ ਹੈ। ਮੇਰੇ ਨਾਲ ਚੌਥਾ ਚੈਪਟਰ ਮੱਤੀ ਦਾ, I really want to spend some time on it ਕਿਉਂਕਿ ਇਹ ਬਹੁਤ ਇੰਪੋਰਟੈਂਟ ਹੈ, ਇਹ ਚੀਜ਼ ਬਹੁਤ ਇੰਪੋਰਟੈਂਟ ਹੈ। ਸੋ ਚੈਪਟਰ 4 ਮੈਥਿਊ, ਅਸੀਂ 1 ਤੋਂ ਲੈ ਕੇ ਇਸ ਦੀ 11 ਆਇਤ ਤੱਕ ਪੜਾਂਗੇ। ਪ੍ਰਭੂ ਯਿਸੂ ਦਾ ਪਰਤਾਇਆ ਜਾਣਾ। ਫਿਰ ਆਤਮਾ ਯਿਸੂ ਨੂੰ ਵਿਰਾਨੇ ਵਿੱਚ ਲੈ ਗਿਆ ਕਿ ਸ਼ੈਤਾਨ ਉਹਨਾਂ ਨੂੰ ਪਰਤਾਵੇ। 40 ਦਿਨ ਅਤੇ 40 ਰਾਤ ਵਰਤ ਰੱਖਣ ਦੇ ਪਿੱਛੋਂ ਉਹਨਾਂ ਨੂੰ ਭੁੱਖ ਲੱਗੀ। ਉਸ ਸਮੇਂ ਸ਼ੈਤਾਨ ਨੇ ਆ ਕੇ ਉਹਨਾਂ ਨੂੰ ਕਿਹਾ, ਜੇਕਰ ਤੂੰ ਪਰਮੇਸ਼ਰ ਦਾ ਪੁੱਤਰ ਹੈ ਤਾਂ ਇਹਨਾਂ ਪੱਥਰਾਂ ਨੂੰ ਕਹਿ ਕਿ ਇਹ ਰੋਟੀਆਂ ਬਣ ਜਾਣ। ਯਿਸੂ ਨੇ ਉਸ ਨੂੰ ਉੱਤਰ ਦਿੱਤਾ, ਧਰਮ ਗ੍ਰੰਥ ਵਿੱਚ ਇਹ ਲਿਖਿਆ ਹੋਇਆ ਹੈ, ਮਨੁੱਖ ਕੇਵਲ ਰੋਟੀ ਨਾਲ ਹੀ ਜਿਉਂਦਾ ਨਹੀਂ ਰਹੇਗਾ, ਸਗੋਂ ਪਰਮੇਸ਼ਰ ਦੇ ਮੂੰਹ ਵਿੱਚੋਂ ਨਿਕਲਣ ਵਾਲੇ ਹਰ ਸ਼ਬਦ ਨਾਲ ਜਿਉਂਦਾ ਰਹੇਗਾ। ਫਿਰ ਸ਼ੈਤਾਨ ਯਿਸੂ ਨੂੰ ਪਵਿੱਤਰ ਸ਼ਹਿਰ ਯਰੂਸ਼ਲਮ ਵਿੱਚ ਲੈ ਗਿਆ। ਉੱਥੇ ਉਸਨੇ ਯਿਸੂ ਨੂੰ ਮੰਦਰ ਦੇ ਸਭ ਤੋਂ ਉੱਚੇ ਮਨਾਰੇ ਉੱਤੇ ਖੜਾ ਕਰ ਦਿੱਤਾ ਤੇ ਕਿਹਾ, ਜੇਕਰ ਤੂੰ ਪਰਮੇਸ਼ਰ ਦਾ ਪੁੱਤਰ ਹੈ ਤਾਂ ਆਪਣੇ ਆਪ ਨੂੰ ਇੱਥੇ ਥੱਲੇ ਡੇਗ ਦੇ। ਧਰਮ ਗ੍ਰੰਥ ਵਿੱਚ ਲਿਖਿਆ ਹੋਇਆ ਹੈ, ਪਰਮੇਸ਼ਰ ਆਪਣੇ ਦੂਤਾਂ ਨੂੰ ਤੇਰੇ ਬਾਰੇ ਆਗਿਆ ਦੇਵੇਗਾ, ਉਹ ਤੈਨੂੰ ਆਪਣੇ ਹੱਥਾਂ ਉੱਤੇ ਚੁੱਕ ਲੈਣਗੇ ਕਿ ਤੇਰੇ ਪੈਰਾਂ ਤੱਕ ਨੂੰ ਵੀ ਸੱਟ ਨਾ ਲੱਗੇ। ਯਿਸੂ ਨੇ ਉਸ ਨੂੰ ਉੱਤਰ ਦਿੱਤਾ, ਧਰਮ ਗ੍ਰੰਥ ਵਿੱਚ ਇਹ ਵੀ ਲਿਖਿਆ ਹੋਇਆ ਹੈ, ਤੂੰ ਆਪਣੇ ਪ੍ਰਭੂ ਪਰਮੇਸ਼ਵਰ ਨੂੰ ਨਾ ਪਰਖਣਾ। ਫਿਰ ਸ਼ੈਤਾਨ ਯਿਸੂ ਨੂੰ ਇੱਕ ਬਹੁਤ ਉੱਚੇ ਪਹਾੜ ਉੱਤੇ ਲੈ ਗਿਆ। ਉੱਥੇ ਉਸਨੇ ਯਿਸੂ ਨੂੰ ਸੰਸਾਰ ਦੀਆਂ ਸਾਰੀਆਂ ਪਾਤਸ਼ਾਹੀਆਂ ਅਤੇ ਉਹਨਾਂ ਦੀ ਸ਼ਾਨ ਦਿਖਾਈ। ਸ਼ੈਤਾਨ ਨੇ ਕਿਹਾ, ਇਹ ਸਭ ਕੁਝ ਮੈਂ ਤੈਨੂੰ ਦੇ ਦੇਵਾਂਗਾ ਜੇਕਰ ਤੂੰ ਨਿਉ ਕੇ ਮੈਨੂੰ ਪ੍ਰਣਾਮ ਕਰੇ। ਪਰ ਯਿਸੂ ਨੇ ਸ਼ੈਤਾਨ ਨੂੰ ਉੱਤਰ ਦਿੱਤਾ, ਮੇਰੇ ਕੋਲੋਂ ਦੂਰ ਹੋ ਜਾ ਸ਼ੈਤਾਨ, ਕਿਉਂਕਿ ਧਰਮ ਗ੍ਰੰਥ ਦਾ ਇਹ ਵਾਕ ਹੈ, ਤੂੰ ਆਪਣੇ ਪ੍ਰਭੂ ਪਰਮੇਸ਼ਵਰ ਨੂੰ ਹੀ ਪ੍ਰਣਾਮ ਕਰ ਅਤੇ ਕੇਵਲ ਉਸੇ ਦੀ ਹੀ ਭਗਤੀ ਕਰ। ਇਸ ਦੇ ਪਿੱਛੋਂ ਸ਼ੈਤਾਨ ਉਹਨਾਂ ਕੋਲੋਂ ਚਲਾ ਗਿਆ। ਫਿਰ ਉੱਥੇ ਸਵਰਗਦੂਤ ਆ ਗਏ ਜਿਨ੍ਹਾਂ ਯਿਸੂ ਦੀ ਸੇਵਾ ਕੀਤੀ। ਸੋ 40 ਸਾਲ ਦੀ ਉਹਨਾਂ ਨੂੰ ਸਜ਼ਾ ਮਿਲੀ ਸੀ। 40 ਦਿਨ ਉਹਨਾਂ ਨੇ ਵਾਅਦੇ ਦੀ ਧਰਤੀ ਤੇ ਗਏ ਸੀ ਦੇਖਣ, ਉੱਥੇ ਦੀਆਂ ਸਾਰੀਆਂ ਬਰਕਤਾਂ ਦੇਖ ਕੇ ਆਏ ਸੀ। ਔਰ ਜਿਸਲੇ ਆ ਕੇ ਉਹਨਾਂ ਨੇ ਰੋਣ ਸਿਆਪਾ ਪਾ ਲਿਆ ਤੇ ਉਹਨਾਂ ਨੂੰ 40 ਸਾਲ ਦੀ ਸਜ਼ਾ ਹੋਈ ਸੀ। ਤੇ 40 ਸਾਲ ਹੁਣ ਮੈਂ ਤੁਹਾਡੀ ਆਉਣ ਵਾਲੀ ਜਨਰੇਸ਼ਨ ਨੂੰ ਟ੍ਰੇਨ ਕਰਕੇ ਲੈ ਕੇ ਜਾਵਾਂ, ਤੁਹਾਨੂੰ ਨਹੀਂ ਲੈ ਕੇ ਜਾਵਾਂ, ਤੁਸੀਂ ਇੱਥੇ ਮੱਖਾ ਪਹੁੰਚਾਓਗੇ। ਉਹ ਇਹ ਤੁਹਾਡੀ ਜਨਰੇਸ਼ਨ ਦੇ ਲਈ ਸਿੱਖਿਆ ਹੋਏਗੀ। ਜਦ ਤੁਸੀਂ ਪੁੱਛੋਗੇ ਤੇ ਜਦ ਤੁਹਾਨੂੰ ਉਹ ਪੁੱਛਣਗੇ ਕਿ ਅਸੀਂ ਇੱਥੇ ਕੀ ਕਰਦੇ ਪਏ ਤਾਂ ਤੁਸੀਂ ਦੱਸ ਸਕੋਗੇ ਇਹ ਸਜ਼ਾ ਹੈ, ਇਹ ਸਜ਼ਾ ਹੈ। 40 ਸਾਲ ਉਹਨਾਂ ਨੇ ਵਿਰਾਨੇ ਦੇ ਵਿੱਚ ਕੀਤੇ। 40 ਨੂੰ ਮੁੜ ਕੇ ਤੁਸੀਂ ਕਰ ਲਓ, 40 ਦਿਨਾਂ ਤੇ ਆ ਜਾਓ। ਪ੍ਰਭੂ ਯਿਸੂ ਮਸੀਹ ਨੇ 40 ਦਿਨ ਸਾਡੇ ਲਈ ਵਿਰਾਨੇ ਦੇ ਵਿੱਚ ਕੱਟੇ।
ਪੂਰੇ 40 ਦਿਨ ਉਸਨੇ ਵਿਰਾਨਿਆਂ ਦੇ ਵਿੱਚ ਕੱਟੇ ਜੋ ਉਹਨਾਂ 40 ਸਾਲਾਂ ਨੂੰ ਸਾਨੂੰ ਦਿਖਾਉਂਦੇ। ਔਰ 40 ਦਿਨ ਜਿਸ ਲਈ ਪ੍ਰਭੂ ਨੇ ਵਿਰਾਨੇ ਦੇ ਵਿੱਚ ਕੱਟੇ ਆ ਤੇ ਫਿਰ ਜਿਹੜਾ ਸ਼ੈਤਾਨ ਉਹਨਾਂ ਦੇ ਕੋਲ ਆਇਆ, ਉਹੀ ਪਰਖ ਲੈ ਕੇ ਆਇਆ, ਪਰ ਇੱਕ ਡਿਫਰੈਂਟ ਟਵਿਸਟ ਦੇ ਨਾਲ ਕਿ ਤੂੰ ਇਹਨਾਂ ਪੱਥਰਾਂ ਨੂੰ ਕਹਿ ਕਿ ਰੋਟੀ ਬਣ ਜਾ। ਔਰ ਪ੍ਰਭੂ ਯਿਸੂ ਮਸੀਹ ਨੇ ਉਹੀ 8ਵਾਂ ਚੈਪਟਰ ਜਿਹੜਾ ਸੀਗਾ ਵਿਵਸਥਾ ਸਾਰ ਦਾ ਜਿਹੜਾ ਅਸੀਂ ਪੜ੍ਹਿਆ ਸੀ, ਉਹਦੇ ਵਿੱਚੋਂ ਜਵਾਬ, ਉਹਦੇ ਵਿੱਚੋਂ ਪ੍ਰਭੂ ਨੇ ਇਹ ਜਵਾਬ ਦਿੱਤਾ ਕਿ ਮਨੁੱਖ ਕੇਵਲ ਰੋਟੀ ਦੇ ਨਾਲ ਜਿਉਂਦਾ ਨਹੀਂ ਰਹੇਗਾ, ਜੋ ਪ੍ਰਭੂ ਨੇ ਉਹਨਾਂ ਨੂੰ ਕਿਹਾ ਸੀਗਾ। ਯਾਦ ਰੱਖਿਓ, ਜਿਸ ਲਈ ਤੁਸੀਂ ਉਸ ਧਰਤੀ ਤੇ ਜਾਓਗੇ, ਉਸ ਧਰਤੀ ਤੇ ਤੁਸੀਂ ਰੱਜ ਕੇ ਖਾਓਗੇ, ਤੁਹਾਨੂੰ ਹਰ ਇੱਕ ਚੀਜ਼ ਉੱਥੇ ਮਿਲੇਗੀ, ਤੁਹਾਨੂੰ ਪੱਕੇ ਘਰ ਮਿਲਣਗੇ, ਤੁਹਾਨੂੰ ਅਜੀਰਾਂ ਮਿਲਣਗੀਆਂ, ਤੁਹਾਨੂੰ ਹਰ ਚੀਜ਼ ਤੁਹਾਡੇ ਆਲੇ ਦਾ ਚੇਤਾ ਰੱਖਿਓ, ਜਿਸ ਲਈ ਤੁਹਾਡੇ ਢਿੱਡ ਭਰ ਜਾਣਗੇ, ਤੁਹਾਡੀਆਂ ਨਾਸਾਂ ਚੋਂ ਖਾਣਾ ਜਿਸ ਲਈ ਬਾਹਰ ਆਉਣਾ ਸ਼ੁਰੂ ਹੋ ਜਾਏਗਾ। ਇਸ ਚੀਜ਼ ਨੂੰ ਯਾਦ ਰੱਖਿਓ, ਇਸ ਚੀਜ਼ ਨੂੰ ਭੁੱਲਿਓ ਨਾ ਕਿ ਮਨੁੱਖ ਰੋਟੀ ਦੇ ਨਾਲ ਜਿਉਂਦਾ ਨਹੀਂ ਰਹਿੰਦਾ, ਪਰ ਪ੍ਰਭੂ ਪਰਮੇਸ਼ਰ ਦੇ ਹਰ ਸ਼ਬਦ, ਕਿਉਂਕਿ ਪ੍ਰਭੂ ਸਾਡੇ ਨਾਲ ਬੋਲਦਾ ਆ, ਅਸੀਂ ਪਰਮੇਸ਼ਰ ਦੀ ਆਵਾਜ਼ ਨੂੰ ਸੁਣਦੇ ਹਾਂ। ਇਸੇ ਕਰਕੇ ਅਸੀਂ ਵਰਤ ਰੱਖਦੇ ਹਾਂ, ਫਾਸਟ ਰੱਖਦੇ ਹਾਂ ਕਿ ਸਾਡਾ ਜਿਹੜਾ ਧਿਆਨ ਆ ਰੋਟੀਆਂ ਤੋਂ ਪਰਾਂ ਹੋਵੇ, ਅਸੀਂ ਆਪਣੇ ਪ੍ਰਭੂ ਦੀ ਆਵਾਜ਼ ਨੂੰ ਸੁਣ ਸਕੀਏ। ਅਸੀਂ ਦੁਆਵਾਂ ਕਰਨ ਦੇ ਲਈ ਵਰਤ ਨਹੀਂ ਰੱਖਦੇ, ਅਸੀਂ ਪ੍ਰਭੂ ਦੀ ਆਵਾਜ਼ ਨੂੰ ਸੁਣਨ ਦੇ ਲਈ ਵਰਤ ਰੱਖਦੇ ਕਿ ਉਸ ਦੀ ਜਿਹੜੀ ਕਲੈਰਿਟੀ ਸਾਡੇ ਅੰਦਰ ਥੋੜੀ ਜੀ ਆਵੇ, ਅਸੀਂ ਉਹਦੀ ਹਜ਼ੂਰੀ ਦੇ ਵਿੱਚ ਬੈਠੀਏ ਔਰ ਆਪਣੇ ਬਾਪ ਦੀ ਆਵਾਜ਼ ਨੂੰ ਸੁਣ ਸਕੀਏ। ਠੀਕ, ਸੋ ਪ੍ਰਭੂ ਯਿਸੂ ਮਸੀਹ ਨੇ ਕਿਹਾ ਮਨੁੱਖ ਪਰਮੇਸ਼ਵਰ ਦੇ ਸ਼ਬਦ ਦੇ ਨਾਲ ਜਿਉਂਦਾ ਰਹਿੰਦਾ, ਨਾ ਕਿ ਰੋਟੀਆਂ ਦੇ ਨਾਲ। ਸੋ ਉਹ ਪੇਟ ਪੂਜਾ ਵਾਲੀ ਜਿਹੜੀ ਚੀਜ਼ ਸੀ ਰਸਤੇ 'ਚ ਇੱਕ ਪਾਸੇ ਹੋ ਗਈ। ਹੁਣ ਉਸਨੇ ਕਿਹਾ ਕਿ ਉਸਨੂੰ ਇੱਕ ਬੜਾ ਵੱਡਾ ਧਾਰਮਿਕ ਲੀਡਰ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਗਿਆਨ ਦੇ ਉੱਤੇ ਗਿਆਨ ਦਿੱਤਾ ਗਿਆ ਸੀ ਨਾ, ਕਿ ਜਿਹਨੂੰ ਗਿਆਨ ਹੋ ਜਾਏ ਉਹ ਪਹੁੰਚ ਜਾਂਦਾ। ਹੁਣ ਉਸਨੇ ਵੀ ਉਹ ਦਾ ਵਰਤਿਆ ਉਸਦੇ ਉੱਤੇ, ਔਰ ਉਸਨੂੰ ਕਹਿੰਦਾ ਕਿ ਤੂੰ ਇਸ ਮੰਦਿਰ ਦੀ ਛੱਤ ਤੋਂ ਛਾਲ ਮਾਰ ਦੇ, ਤੇਰੇ ਲਈ ਤਾਂ ਲਿਖਿਆ ਗਿਆ ਹੈ ਕਿ ਉਹ ਉਸਦੇ ਫਰਿਸ਼ਤੇ ਆਉਣਗੇ, ਤੈਨੂੰ ਹੱਥਾਂ ਤੇ ਚੁੱਕ ਲੈਣਗੇ, ਤੇਰੇ ਪੈਰਾਂ ਨੂੰ ਸੱਟ ਦੇਣਗੇ। ਔਰ ਇਹ ਕੀ ਸੀ? 91 ਜ਼ਬੂਰ ਜਿਹੜਾ ਉਹ ਗਾਉਂਦੇ ਹੁੰਦੇ ਸੀ, ਮੂਸਾ ਦਾ ਜ਼ਬੂਰ ਜਿਹੜਾ ਗਾਉਂਦੇ ਸੀ, ਉਸਨੂੰ ਉਸਨੇ ਵਰਤਿਆ। ਪ੍ਰਭੂ ਨੇ ਫਿਰ ਜਵਾਬ ਉੱਥੋਂ ਦਿੱਤਾ, ਤੂੰ ਆਪਣੇ ਪ੍ਰਭੂ ਪਰਮੇਸ਼ਰ ਨੂੰ ਕਦੀ ਵੀ ਨਾ ਪਰਖ, ਉਸਨੂੰ ਕਦੀ ਵੀ ਨਾ ਪਰਖਣਾ। ਯਾਦ ਰੱਖਿਓ, ਅਗਰ ਅਸੀਂ ਪ੍ਰਭੂ ਨੂੰ ਪਰਖਣਾ ਜਿਸ ਦਿਨ ਸ਼ੁਰੂ ਕਰ ਦਿੰਦੇ ਹਾਂ ਕਿ ਜੇ ਤੂੰ ਸੱਚਮੁੱਚ ਪ੍ਰਭੂ ਪਰਮੇਸ਼ਰ ਤੇ ਮੇਰਾ ਆ ਕੰਮ, you know what, he is still God। ਪਰ ਜੇ ਤੁਹਾਡਾ ਉਹ ਕੰਮ ਕਰਕੇ ਤੁਹਾਡੇ ਤੋਂ ਦੂਰ ਹੋ ਜਾਵੇ, ਬਸ ਲਾਈਫ ਹੈ, ਉਹ ਪਰਪਸ ਜਿਹੜਾ ਅੰਤ ਦਾ ਪਰਪਸ ਉਹ ਤਾਂ ਖਤਮ ਹੋ ਗਿਆ। ਪਰ ਫਿਰ ਸ਼ੈਤਾਨ ਨੇ ਉਹਨਾਂ ਚੀਜ਼ਾਂ 'ਚ ਫਸਾ ਰੱਖਣਾ, ਉਹਨੇ ਐਸੀ ਫਿਰਕੀ ਘਮਾਉਣੀ ਆ ਕਿ ਮੈਂ ਪ੍ਰਭੂ ਨੂੰ ਕਿਹਾ ਸੀ ਜੇ ਤੂੰ ਪ੍ਰਭੂ ਆ ਤੇ ਮੈਨੂੰ ਆਹ ਮਿਲ ਜਾਏ, ਤਾਂ ਉਹ ਮਿਲ ਗਿਆ। ਹੁਣ ਮੈਂ ਫੇਰ ਕਹੂੰਗਾ ਜੇ ਮੈਂ ਤੂੰ ਪ੍ਰਭੂ ਆ ਤੇ ਮੈਨੂੰ ਆਹ ਮਿਲ ਜਾਏ, ਉਹ ਨਹੀਂ ਮਿਲਿਆ ਤਾਂ ਫਿਰ ਅਸੀਂ ਕਵਾਂਗੇ ਪ੍ਰਭੂ ਤਾਂ ਹੈ ਨਹੀਂ। 40 ਸਾਲ ਉਹਨਾਂ ਨੇ ਇਹੀ ਕੰਮ ਕੀਤੇ ਉਜਾੜ ਦੇ ਵਿੱਚ, ਪਰ ਹਜ਼ੂਰੀ ਨਹੀਂ ਪਾ ਸਕੇ। ਹਜ਼ੂਰੀ ਅਗਲੀ ਜਨਰੇਸ਼ਨ ਨਾਲ ਲੈ ਕੇ ਗਈ ਆ, ਉਹਨਾਂ ਦੀਆਂ ਕਰਤੂਤਾਂ ਤੋਂ ਸਿੱਖ ਕੇ, ਉਹਨਾਂ ਤੋਂ ਸਿੱਖ ਕੇ। ਤੇ ਇਹ ਜਿਹੜਾ ਇੱਥੇ ਮਰਦੇ ਪਏ ਆ, ਇਹਨਾਂ ਨੇ ਵਾਅਦੇ ਦੀ ਧਰਤੀ ਤੇ ਜਾਣਾ ਸੀਗਾ, ਪਰ ਇਹ ਆਪਣੇ ਕੰਮਾਂ ਦੇ ਕਰਕੇ ਇੱਥੇ ਬੈਠੇ। ਪਰ ਪ੍ਰਭੂ ਤੇਰਾ ਸ਼ੁਕਰ ਹੈ ਕਿ ਤੂੰ ਸਾਨੂੰ ਲੈ ਕੇ ਜਾਏਗਾ, ਤੂੰ ਆਪਣਾ ਵਾਅਦਾ ਨਹੀਂ ਕਦੀ ਛੱਡਦਾ, ਤੇਰਾ ਵਾਅਦਾ ਹਮੇਸ਼ਾ ਪੂਰਾ। ਅਬਰਾਹਮ ਦੇ ਨਾਲ ਕੀਤਾ ਵਾਅਦਾ ਪ੍ਰਭੂ ਨੇ ਪੂਰਾ ਕਰ ਦਿੱਤਾ। ਸੋ ਅਗਲੀ ਚੀਜ਼ ਜਿਹੜੀ ਉਹ ਸ਼ੈਤਾਨ ਉਸਨੂੰ ਬਹੁਤ ਉੱਚੀ ਜਗ੍ਹਾ ਤੇ ਲੈ ਗਿਆ,
ਉਹਨੂੰ ਸਾਰੇ ਦੁਨੀਆ ਦੀਆਂ ਪਾਤਸ਼ਾਹੀਆਂ ਦਿਖਾਈਆਂ, ਸਭ ਕੁਝ ਦਿਖਾਇਆ, ਔਰ ਕਿਹਾ ਜੇ ਤੂੰ ਮੇਰੇ ਮੋਹਰੇ ਝੁਕ ਜਾਏ ਤਾਂ ਮੈਂ ਤੈਨੂੰ ਇਹ ਸਾਰੀਆਂ ਪਾਤਸ਼ਾਹੀਆਂ। ਸੋ ਕੀ ਹੈ, ਜੇ ਤੁਸੀਂ ਇਹ ਫਲ ਖਾ ਲਓਗੇ ਤਾਂ ਤੁਸੀਂ ਪਰਮੇਸ਼ਵਰ ਦੇ ਵਾਂਗ ਬਣ ਜਾਓਗੇ। I will make you God on earth. ਬਿਲਕੁਲ ਉਹ ਵੱਡੇ ਅਹੁਦੇ ਦੀ ਭੁੱਖ ਪ੍ਰਭੂ ਨੇ ਉਸਨੇ ਦਿੱਤੀ। ਪ੍ਰਭੂ ਯਿਸੂ ਮਸੀਹ ਨੇ ਕਿਹਾ ਤੂੰ ਆਪਣੇ ਪ੍ਰਭੂ ਪਰਮੇਸ਼ਵਰ ਨੂੰ ਹੀ ਪ੍ਰਣਾਮ ਕਰ, ਕੇਵਲ ਉਸਦੀ ਵੀ ਭਗਤੀ ਕਰ। ਕਿੱਥੋਂ? ਵਿਵਸਥਾ ਸਾਰ ਦਾ 6ਵਾਂ ਭਾਗ ਜਿਹੜਾ ਅਸੀਂ ਦੇਖ ਕੇ ਆਏ, ਸਿਰਫ ਉਸਦੀ ਭਗਤੀ ਕਰ। ਔਰ ਦੇਖੋ ਕੀ ਹੋਇਆ ਹੁਣ। ਹੁਣ ਇੱਕ ਬੜੀ ਅਜੀਬ ਚੀਜ਼ ਇੱਥੇ, ਹੁਣ ਇੱਕ ਬਹੁਤ ਅਜੀਬ ਚੀਜ਼ ਅਦਨ ਦੇ ਬਾਗ ਦੇ ਵਿੱਚ ਅਸੀਂ ਦੇਖਿਆ ਸੀ ਕਿ ਪ੍ਰਭੂ ਨੇ ਉਹਨਾਂ ਨੂੰ ਬਾਗ ਦੇ ਵਿੱਚੋਂ ਬਾਹਰ ਕੱਢ ਦਿੱਤਾ, ਔਰ ਅਦਨ ਦੇ ਬਾਗ ਦੇ ਆਲੇ ਦੁਆਲੇ ਉਸਨੇ ਫਰਿਸ਼ਤਿਆਂ ਦਾ ਪਹਿਰਾ ਲਾਤਾ ਜਿਨ੍ਹਾਂ ਦੇ ਹੱਥ ਦੇ ਵਿੱਚ ਨੰਗੀ ਤਲਵਾਰ ਸੀ। ਇੱਥੋਂ ਉਹ ਤੋਂ ਉਲਟ ਹੁੰਦਾ ਪਿਆ, ਇੱਥੇ ਬਿਲਕੁਲ ਉਸ ਤੋਂ ਉਲਟ ਹੁੰਦਾ ਪਿਆ। ਇੱਥੇ ਕੀ ਹੋ ਰਿਹਾ ਕਿ ਇਸ ਦੇ ਪਿੱਛੋਂ ਸ਼ੈਤਾਨ ਉਹਨਾਂ ਦੇ ਕੋਲੋਂ ਚਲਾ ਗਿਆ, ਫਿਰ ਉੱਥੇ ਸਵਰਗਦੂਤ ਆ ਗਏ ਜਿਨ੍ਹਾਂ ਨੇ ਯਿਸੂ ਦੀ ਸੇਵਾ, ਜਿਨ੍ਹਾਂ ਨੇ ਯਿਸੂ ਦੀ ਸੇਵਾ ਕੀਤੀ। It all started with ਪ੍ਰਭੂ ਯਿਸੂ ਮਸੀਹ ਨੇ ਉਹ ਹਰ ਟੈਂਪਟੇਸ਼ਨ ਜਿਹੜੀ ਅਸੀਂ ਅਦਨ ਦੇ ਬਾਗ ਦੇ ਵਿੱਚ ਔਰ ਉਸ ਤੋਂ ਬਾਅਦ ਜੋ ਕੁਝ ਕੀਤਾ, ਉਸਨੇ ਉਹ ਸਾਰੀਆਂ ਚੀਜ਼ਾਂ ਦੇ ਉੱਤੇ ਜਿੱਤ ਪ੍ਰਾਪਤ ਸਾਡੇ ਲਈ ਕੀਤੀ। ਪੂਰਨ ਮਨੁੱਖ ਬਣ ਕੇ ਕੁਆਰੀ ਤੋਂ ਪੈਦਾ ਹੋਇਆ ਸੀ, ਇਸ ਕਰਕੇ ਉਸ ਨੂੰ ਔਰਤ ਦੀ ਸੰਤਾਨ ਹੋਣ ਦਾ ਮਾਣ ਮਿਲਿਆ। ਜਿੰਨੀ ਔਰਤ ਨੂੰ ਬਰਕਤ ਬਾਈਬਲ ਦੇ ਵਿੱਚ ਮਿਲੀ ਹੈ ਕਿਤੇ ਨਹੀਂ, ਜਿੰਨਾ ਮਾਣ ਔਰਤ ਨੂੰ ਦਿੱਤਾ ਕਿਤੇ ਨਹੀਂ ਦਿੱਤਾ। ਪ੍ਰਭੂ ਪਰਮੇਸ਼ਵਰ ਜਿਸ ਲਈ ਆਪ ਇਸ ਧਰਤੀ ਦੇ ਉੱਤੇ ਆਇਆ ਤੇ ਉਹ ਔਰਤ ਦੀ ਸੰਤਾਨ, ਔਰ ਇੱਥੇ ਬਾਗ ਦੇ ਵਿੱਚ ਉਹਨੇ ਉਸਦੀ ਸਿਰੀ ਤੇ ਐਸੀ ਅੱਡੀ ਰੱਖੀ ਅੱਜ ਤੱਕ ਉਹ ਤੜਫਦਾ। ਪ੍ਰਭੂ ਦਾ ਸ਼ੁਕਰ ਕਰਨਾ ਚਾਹੀਦਾ ਇਹਨਾਂ ਵਚਨਾਂ ਦੇ ਲਈ ਜੋ ਸਾਨੂੰ ਮਿਲੇ। ਜਿਸ ਤਰ੍ਹਾਂ ਯਹੂਦੀ ਲੋਕ ਇਸ ਨੂੰ ਫੜ ਕੇ ਆਪਣੇ ਦਿਲ ਦੇ ਨਾਲ ਲਾਉਂਦੇ ਆ, ਉਹ ਪ੍ਰਸਤਸ਼ ਨਹੀਂ ਕਰਦੇ, ਉਹ ਤਰੀਅਤ ਦੇ ਮੂਹਰੇ ਝੁਕਦੇ ਨਹੀਂਗੇ। ਉਹ ਕਹਿਣ ਦਾ ਮਤਲਬ ਇਹ ਹੈ ਕਿ ਪ੍ਰਭੂ ਸਾਡੇ ਨੇ ਸਾਨੂੰ 10 ਨੇਮ ਦਿੱਤੇ ਆ ਸੱਜੇ ਹੱਥ ਦੇ ਨਾਲ, ਔਰ ਖੱਬੇ ਦੇ ਵਿੱਚ ਉਹਨਾਂ ਨੂੰ ਚੇਤੇ ਰੱਖ ਕੇ ਉਹਨਾਂ ਦੋਨਾਂ ਨੂੰ ਫੜ ਕੇ ਆਪਣੇ ਦਿਲ ਦੇ ਨਾਲ ਲਾਉਂਦੇ ਰੱਖਣੇ ਤੇ ਰੱਖਦਾ ਕਿ ਅਸੀਂ ਅੱਗ ਦੇ ਵਿੱਚੋਂ, ਉਸ ਬਲਦੀ ਅੱਗ ਦੇ ਵਿੱਚੋਂ ਤੇਰੀ ਆਵਾਜ਼ ਸੁਣੀ ਸੀ। ਪਰ ਤੂੰ ਕਿਹਾ ਸੀ ਕਿ ਨਾ ਕੋਈ ਬਣੀ, ਨਾ ਕੋਈ ਘੜੀ, ਨਾ ਕੋਈ ਧਰਤੀ ਤੇ ਨਾ ਸਵਰਗ ਦੇ ਵਿੱਚ ਕਿਸੇ ਤਰ੍ਹਾਂ ਜਿਹੜੀ ਤੁਸੀਂ ਚੀਜ਼ ਦੇਖੋ ਉਸ ਦੇ ਮੂਹਰੇ ਨਾ ਝੁਕੋ। ਪ੍ਰਭੂ ਦਾ ਸ਼ੁਕਰ ਹੈ ਕਿ ਬਾਈਬਲ ਦੇ ਵਿੱਚ ਜੋ ਸਾਨੂੰ ਦੱਸਿਆ ਗਿਆ ਔਰ ਨਵੇਂ ਨਿਯਮ ਦੇ ਵਿੱਚ ਤੇ ਅਸੀਂ ਹੁਣ ਚੱਲਦੇ ਪਏ ਹਾਂ, ਇਹ ਸਾਡਾ ਉਜਾੜ ਹੈ ਜਿਹਦੇ ਵਿੱਚ ਅਸੀਂ ਚੱਲਦੇ ਪਏ ਹਾਂ। ਪਰ ਪ੍ਰਭੂ ਦਾ ਸ਼ੁਕਰ ਹੈ ਕਿ ਉਹ ਤੰਬੂ, ਉਹ ਤੰਬੂ, ਪਵਿੱਤਰ ਤੰਬੂ ਜਿਹੜਾ ਅਸੀਂ ਉਜਾੜ ਦੇ ਵਿੱਚ ਦੇਖਿਆ ਸੀ, ਉਹ ਪਵਿੱਤਰ ਤੰਬੂ ਪ੍ਰਭੂ ਨੇ ਸਾਨੂੰ ਹੋਣ ਦਾ ਮਾਣ। ਜਿਸ ਤਰ੍ਹਾਂ ਉਸ ਤੰਬੂ ਦੇ ਉੱਤੇ ਪ੍ਰਭੂ ਦਾ ਆਤਮਾ ਉਤਰਿਆ ਸੀ, ਇਸੇ ਤਰ੍ਹਾਂ ਜਿਹੜਾ ਪ੍ਰਭੂ ਦਾ ਆਤਮਾ ਅਸੀਂ ਨਵੇਂ ਨੇਮ ਦੇ ਵਿੱਚ ਦੇਖਦੇ ਹਾਂ ਕਿ ਪ੍ਰਭੂ ਦੇ ਜਿਹੜੇ ਪ੍ਰਭੂ ਦੇ ਸ਼ਿਸ਼ ਸੀ, ਜਿਹੜੇ ਪ੍ਰਭੂ ਦੇ ਚੇਲੇ ਬਣੇ ਸੀ, 12 ਜਿਹੜੇ ਅਪੋਸਲ ਸੀਗੇ, ਉਹਨਾਂ ਦੇ ਉੱਤੇ ਪ੍ਰਭੂ ਦਾ ਆਤਮਾ ਕਿਸੇ ਬਿਲਡਿੰਗ ਦੇ ਉੱਤੇ ਨਹੀਂ ਉਤਰਿਆ, ਕਿਸੇ ਪੁਸਤਕ ਦੇ ਉੱਤੇ ਨਹੀਂ ਉਤਰਿਆ। ਔਰ ਉਹ ਉਸ ਆਤਮਾ ਦੀ ਮਦਦ ਦੇ ਨਾਲ ਅਸੀਂ ਪ੍ਰਭੂ ਦੇ ਦਿੱਤੇ ਹੋਏ, ਇਸ ਦਾ ਛੋਟਾ ਰਸਤਾ ਮੈਂ ਆ,
ਉਸ ਛੋਟੇ ਰਸਤੇ ਦੇ ਉੱਤੇ ਚੱਲਦੇ ਹੋਏ, ਜਿਸ ਦੇ ਵਿੱਚ ਜੀਵਨ, ਜਿਸ ਦੇ ਵਿੱਚ ਸੱਚਾਈ ਆ, ਉੱਤੇ ਚੱਲਦੇ ਹੋਏ ਅਸੀਂ ਉਸ ਦਰਵਾਜ਼ੇ ਦੇ ਰਾਹੀਂ, ਜਿਹੜਾ ਪ੍ਰਭੂ ਯਿਸੂ ਮਸੀਹ ਨੇ ਕਿਹਾ ਮੈਂ ਆ, ਜੋ ਸਾਡੇ ਲਈ ਜਿਹੜਾ ਦਰਵਾਜ਼ਾ ਖੋਲ ਦਿੱਤਾ ਗਿਆ ਜਦੋਂ ਪ੍ਰਭੂ ਯਿਸੂ ਮਸੀਹ ਨੂੰ ਸਲੀਬ ਤੇ ਮੌਤ ਦਿੱਤੀ ਗਈ, ਜਿਸ ਲਈ ਉਸਨੇ ਕਿਹਾ ਪੂਰਾ ਹੋਇਆ, ਉਹ ਦਰਵਾਜ਼ਾ ਖੁੱਲ ਗਿਆ। ਉਸ ਦਰਵਾਜ਼ੇ ਦੇ ਰਾਹੀਂ ਅੱਜ ਅਸੀਂ ਅੰਦਰ ਜਾਂਦੇ ਹਾਂ ਔਰ ਚਾਰਾ ਪਾਉਂਦੇ ਹਾਂ। ਪਰ ਪ੍ਰਭੂ ਦੀ ਆਤਮਾ ਦੀ ਬਰਕਤ ਵਾਪਸ ਮੁੜ ਕੇ ਆਵੇ, ਆਪਣੇ ਬਾਪ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਆਉਂਦੀ ਹੈ। ਬਾਕੀ ਉਹ ਸਭ ਕੁਝ ਜਾਣਦਾ। ਸਭ ਤੋਂ ਵੱਡੀ ਚੀਜ਼ ਜਿਹੜਾ ਪ੍ਰਭੂ ਮੰਗਦਾ, ਉਹ ਸਾਨੂੰ ਆਪਣੀ ਹਜ਼ੂਰੀ ਦੇ ਵਿੱਚ, ਤਾਂ ਕਿ ਉਸ ਦੀ ਹਜ਼ੂਰੀ ਦੇ ਵਿੱਚੋਂ ਅਸੀਂ ਮਾਲਾ ਮਾਲ ਹੋ ਕੇ, ਔਰ ਜਿਸ ਲਈ ਅਸੀਂ ਆਦਤ ਪਾ ਲੈਂਦੇ ਹਾਂ ਆਪਣੇ ਆਪ, ਉਹਦੀ ਆਵਾਜ਼ ਸੁਣਨ ਦੀ ਆਦਤ ਪਾਉਂਦੇ। ਸਾਡੀ ਮੁਸੀਬਤ ਇਹ ਹੈ ਕਿ ਸਾਨੂੰ ਇੰਨੀ ਕਾਹਲੀ ਪਈ ਹੁੰਦੀ ਹੈ ਕਿ ਅਸੀਂ ਦੁਆ ਕਰਦੇ ਹਾਂ ਔਰ ਬਸ ਤੇ ਫਟਾਫਟ ਸਾਨੂੰ ਤੱਕ ਹੁਣ ਇਹ ਮੈਂ ਬੈਟਰੀ ਤੋਂ ਲਿਸਨ ਟੂ ਹਿਮ, ਸੁਣਨਾ ਸਿੱਖੋ ਆਪਣੇ ਤੋਂ। ਤੁਹਾਡਾ ਬਾਪ ਆਓ, ਤੁਹਾਨੂੰ ਉਸਨੇ ਆਪਣੀ ਸੰਤਾਨ ਬਣਾਇਆ, ਸਾਨੂੰ ਆਪਣੀ ਸੰਤਾਨ ਬਣਾਇਆ। ਲਿਸਨ ਟੂ ਹਿਮ, ਹੀ ਸਪੀਕਸ, ਉਹ ਬੋਲਦਾ ਹੈ। ਸਾਡੀਆਂ ਕੰਨਾਂ ਨੂੰ ਖੋਲਦਾ। This is our God. Yes, sir. और आज इस करके प्रभु देव को आया और प्रभु देव ने कृपा की और प्रभु देव बने आए और प्रभु इसी तरह बना के रखे मैनू भी और मेरे भैन भरा, और इसी तरह असीं अपने बच्चों को प्रभु दे विच चलदे होइए, साडियां जड़ां मजबूत होण, नीआं मजबूत होण उस प्रभु दे विच जिसने साडे लई अपनी जान। प्यारे प्रभु तेरा शुक्र करदे हां, तेरे वचन दे विचों तेरे वचन दी महानता असीं देखदे पए। ये सचमुच प्रभु जी वो आवाज जो उस अग दे विचों सानू प्राप्त होई। नवे नेम दे विच असीं देखदे हां प्रभु जी सानू मत्ती ने दे राहीं सानू तेरा वचन मिलिया, सानू संत पौल दे राहीं तेरा वचन मिलिया, पतरस दे राहीं, पर उसे अग चों मिलिया प्रभु जी, ओही अग उन्हां दे उत्ते उतरी और उसे अग दे विचों तू प्रभु जी उन्हां दे नाल बोल और अपनी बरकत उन्हां नूं दित्ती। प्यारे प्रभु साडे ते रहम कर, साडे ते रहम कर। असीं बहुत सारियां प्रभु जी ऐसियां आदतां अपने आप नूं पा लईआं जो प्रभु जी असीं धर्मां तो लैके आए, पर ये रिश्ता आ जो तू सानूं दित्ता, ये बाप और बेटी दा, बाप और बेटे दा रिश्ता है। सानू इस दे विच वधना सिखा, मसीह यीशु दे मिठे और प्यारे नाम दे विच सब कुछ मंगदे। प्यारे प्रभु तेरी हजूरी साडे नाल बनी रहे, असीं जब तक दुआरा मिलीए तू साडे मन नूं, साडे तन नूं, साडी आत्मा नूं अपने विच एकाग्र रखी, बुरे और बुराई तो सानू बचा के रखी और अपनी नजदीकी दे विच बना अपने प्यारे प्रभु यीशु मसीह दे मिठे और प्यारे नाम दे विच। सारे भैन भरा मंगलवार नूं मिलांगे जी, कल नूं छुट्टी आपां। ब्लेस यू।